ਹੁਣ ਸਕੂਲ ਆਫ ਜਿਹੜਾ ਐਮੀਨੈਂਸ ਖੋਲ੍ਹਣਾ ਹੈਗਾ ਵਾ ਉਹਦੇ ਪਹਿਲਾਂ ਹੀ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਮੈਰੀਟੋਰੀਅਸ ਸਕੂਲ ਖੋਲ੍ਹੇ। ਪਰ ਇਸ ਕ੍ਰਾਂਤੀ ਦੀ ਮਿੰਟਾਂ ਸਕਿੰਟਾਂ ਦੇ ਵਿੱਚ ਇੱਕ ਪੋਸਟ ਦੇ ਨਾਲ ਹਵਾ ਕੱਢ ਦਿੱਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ। ਲੀਡਰਾਂ ਦਾ ਪੁਰਾਣੀ ਸਰਕਾਰਾਂ ਦਾ ਜ਼ਿਕਰ ਕੀਤਾ ਕਿ ਇਹ ਤਾਂ ਸਕੂਲ ਉਦੋਂ ਤੋਂ ਮੱਲਾਂ ਮਾਰ ਰਿਹਾ ਸੀ, ਨਵਾਂ ਕੀ ਅਸੀਂ ਕੀਤਾ ਇਹ ਦੱਸਿਆ ਜਾਵੇ। ਕੁੰਵਰ ਵਿਜੇ ਪ੍ਰਤਾਪ ਕੀ ਕਹਿੰਦੇ ਕਿ ਵਧਾਈਆਂ ਡਾਕਟਰ ਸਾਹਿਬ ਤੁਹਾਨੂੰ ਵੀ। ਅਸੀਂ ਤੇ ਪੰਜਾਬ ਦੀ ਜਨਤਾ ਨੇ ਕਿਹਾ ਸੀ ਕਿ ਅਸੀਂ ਨਵੇਂ ਖੋਲਾਂਗੇ। ਇਸ ਸਕੂਲ 'ਚ ਪੜ੍ਹਨ ਵਾਲੇ ਬੱਚੇ ਵੀ ਕਾਬਲ ਨੇ ਤੇ ਉਹਨਾਂ ਨੂੰ ਕਾਬਲ ਬਣਾਉਣ ਵਾਲੇ ਟੀਚਰ ਵੀ ਕਾਬਲ ਨੇ, ਕਿਉਂਕਿ ਇਹ ਜਿਹੜੀ ਸਕੂਲ ਦੀ ਨੀਂਹ ਰੱਖੀ ਆ ਇਹ ਕਾਮਰੇਡ ਆਗੂ ਧੜੱਲੇਦਾਰ ਨਿਰਪੱਖ ਨਿਰਭੈ ਨਿਡਰ ਵਿਵਾਕ ਜਿਹਦੀਆਂ ਅੱਜ ਵੀ ਪੰਜਾਬ ਵਿਧਾਨ ਸਭਾ ਸੋਹਾਂ ਖਾਂਦੀ ਗਵਾਹੀ ਦਿੰਦੀ ਆ ਸਤਪਾਲ ਡਾਂਗ ਸਾਹਿਬ। ਸਤਪਾਲ ਡਾਂਗ ਸਾਹਿਬ ਦਾ ਇਹ ਕਿ ਜਦੋਂ ਪਾਰਲੀਮੈਂਟ ਵਿਧਾਨ ਸਭਾ 'ਚ ਬੋਲਦੇ ਸੀ ਤੇ ਕੰਧਾਂ ਵੀ ਹਿਲਦੀਆਂ ਸੀ। ਕੁੰਵਰ ਵਿਜੇ ਪ੍ਰਤਾਪ ਹੁਣੀ ਆਪਣੇ ਵਿਚਾਰ ਸਾਂਝੇ ਕਰ ਦਿੰਦੇ ਨੇ, ਉਹ ਸਰਕਾਰ ਦੇ ਸਾਰੇ ਪ੍ਰੋਗਰਾਮ ਦੀ ਕਿਰਕਰੀ ਹੋ ਜਾਂਦੀ ਹੈ। ਸਾਡੇ ਤੇ ਐਮਐਲਏ ਨੇ ਤੁਹਾਡੀ ਪੂਕ ਕੱਢ ਦਿੱਤੀ ਹੈਗੀ ਆ, ਉਹ ਡਾਕਟਰ ਇੰਦਰਬੀਰ ਸਿੰਘ ਨਿੱਜਰ ਹੋਣਾ ਕਹਿੰਦੇ ਪੋਸਟ ਹੀ ਡਿਲੀਟ ਕਰ ਦਿੱਤੀ ਹੈਗੀ ਆ, ਕਿਉਂਕਿ ਸਰਕਾਰ ਦੀ ਕਿਰਕਰੀ ਇੰਨੀ ਜ਼ਿਆਦਾ ਹੋ ਗਈ ਆ। ਨਿਕਲਿਆ ਬਾਬਾ ਜੀ ਦਾ ਠੁੱਲੂ, ਉਹ ਕਰ ਦਿੱਤਾ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦਾ ਕਿ ਆਪਣੀ ਸਰਕਾਰ ਦੇ ਵਿੱਚ ਕੋਈ ਬੋਲਣ ਵਾਲਾ, ਜਿਹੜਾ ਕਦਰਾਂ ਕੀਮਤਾਂ ਦੱਸਣ ਵਾਲਾ, ਜਿਹੜਾ ਇਮਾਨਦਾਰੀ ਦੀ ਗੱਲ ਦੱਸਣ ਵਾਲਾ ਕਿ ਅਸੀਂ ਪਿਛਲਿਆਂ ਵਾਂਗੂ ਕਿਉਂ ਕੰਮ ਕਰਦੇ ਹਾਂ। ਜੇ ਬਣਾਉਣਾ ਸੀ ਤਾਂ 18 ਮਹੀਨਿਆਂ 'ਚ ਨਵਾਂ ਬਣਾ ਦਿੰਦੇ। ਜਿਹੜੀ ਕੁੰਵਰ ਵਿਜੇ ਪ੍ਰਤਾਪ ਹੋਣਾ ਹਿੰਮਤ ਦਿਖਾਈ ਆ। ਦੇਖੋ ਇਹੋ ਜਿਹੇ ਪੋਲੀਟਿਕਸ, ਇਹੋ ਜਿਹੇ ਲੋਕ ਜ਼ਿਆਦਾਤਰ ਝੱਲਦੇ ਨਹੀਂ ਹੁੰਦੇ ਜਿਹੜੇ ਸਿਆਸੀ ਹੁੰਦੇ ਨੇ। ਕਾਂਗਰਸ ਪਾਰਟੀ ਦੇ ਵਿੱਚ ਵੀ ਕੋਈ ਨੁਕਤਾਚੀਨੀ ਨਹੀਂ ਕਰਦੇ ਸੀ ਸਿਵਾਏ ਪ੍ਰਗਟ ਸਿੰਘ ਤੋਂ ਇਲਾਵਾ। ਬਾਕੀ ਸਾਰੇ ਜੀ ਹਜੂਰ, ਕੋਈ ਬੱਬਰ ਸ਼ੇਰ ਕਹਿੰਦਾ ਸੀ, ਕੋਈ ਮਹਾਰਾਜ ਕਹਿੰਦਾ ਸੀ, ਕੋਈ ਸਲਾਮ ਕਰਦਾ ਸੀ, ਕੋਈ ਜੀ ਹਜੂਰ ਕਰਦਾ ਸੀ ਨਾ। ਆਮ ਆਦਮੀ ਪਾਰਟੀ ਦੇ ਵਿੱਚ ਹੋਰ ਕੋਈ ਐਮਐਲਏ ਨਹੀਂ ਹੈਗਾ ਜਿਹਦੇ 'ਚ ਹਿੰਮਤ ਆ ਗਈ ਆ ਸਿਆਸੀ ਤੌਰ ਤੇ ਵੀ ਕੋਈ ਨਫਾ ਨੁਕਸਾਨ ਨਹੀਂ। ਕੁੰਵਰ ਵਿਜੇ ਪ੍ਰਤਾਪ ਕਹਿੰਦਾ ਨੇ ਕਿ ਯਾਰ ਜੇ ਮੈਂ ਆਈਜੀ ਦੀ ਨੌਕਰੀ ਛੱਡ ਸਕਦਾ, ਜਿੰਨੀ ਉਹਦੀ ਸਰਵਿਸ ਪਈ ਉਹ ਡੀਜੀਪੀ ਰੈਂਕ ਤੇ ਅਹੁਦੇ ਤੇ ਪਹੁੰਚਣਾ ਸੀ ਉਹਨਾਂ ਨੇ। ਇੱਦਾਂ ਦੇ ਪਾਰਟੀ 'ਚ ਲੋਕ ਹੋਣੇ ਚਾਹੀਦੇ ਨੇ। ਆਕਾ ਹੁੰਦੇ ਨੇ ਜਿਹੜੇ ਹੁੰਦੇ ਨੇ ਪਾਰਟੀ ਦੇ ਕਰਤਾ ਧਰਤਾ, ਉਹ ਬਰਦਾਸ਼ਤ ਨਹੀਂ ਕਰਦੇ ਹੈਗੇ। ਪ੍ਰੋਗਰਾਮ 16 ਨੇ ਸੱਚ ਵਿੱਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਸੰਦੀਪ ਲਾਧੂਕਾ। ਗੱਲ ਕਰਾਂਗੇ ਚਲੰਤ ਮੁੱਦਿਆਂ ਦੇ ਉੱਤੇ। ਸਕੂਲ ਆਫ ਐਮੀਨੈਂਸ ਨੂੰ ਲੈ ਕੇ ਬੜੀ ਸੈਲੀਬ੍ਰੇਸ਼ਨ ਹੋਈ। ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਿੱਖਿਆ 'ਚ ਕ੍ਰਾਂਤੀ ਦੱਸਿਆ, ਪਰ ਇਸ ਕ੍ਰਾਂਤੀ ਦੀ ਮਿੰਟਾਂ ਸਕਿੰਟਾਂ ਦੇ ਵਿੱਚ ਇੱਕ ਪੋਸਟ ਦੇ ਨਾਲ ਹਵਾ ਕੱਢ ਦਿੱਤੀ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ। ਔਰ ਕੀ ਕਿਹਾ, ਕ੍ਰੈਡਿਟ ਕਿਸ ਨੂੰ ਦਿੱਤਾ, ਉਸ ਦੇ ਵਿੱਚ ਸਤਪਾਲ ਡਾਂਗ ਦਾ ਜ਼ਿਕਰ ਕੀਤਾ, ਪੁਰਾਣੇ ਲੀਡਰਾਂ ਦਾ, ਪੁਰਾਣੀ ਸਰਕਾਰਾਂ ਦਾ ਜ਼ਿਕਰ ਕੀਤਾ ਕਿ ਇਹ ਤਾਂ ਸਕੂਲ ਉਦੋਂ ਤੋਂ ਮੱਲਾਂ ਮਾਰ ਰਿਹਾ ਸੀ, ਨਵਾਂ ਕੀ ਅਸੀਂ ਕੀਤਾ ਇਹ ਦੱਸਿਆ ਜਾਵੇ। ਡਾਕਟਰ ਇੰਦਰਬੀਰ ਨਿੱਜਰ ਨੂੰ ਸਵਾਲ ਕਰ ਦਿੱਤਾ ਕੁੰਵਰ ਵਿਜੇ ਪ੍ਰਤਾਪ ਨੇ। ਇਸ ਦੇ ਉੱਤੇ ਵੀ ਗੱਲ ਕਰਾਂਗੇ। ਨਾਲ ਗੱਲ ਕਰਾਂਗੇ ਕਿ ਸਰਕਾਰ ਨੇ ਸਨਅਤਕਾਰਾਂ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਹੈ, ਮੀਟਿੰਗ ਕੀਤੀ ਹੈ, ਦੋ ਮੁੱਖ ਮੰਤਰੀ ਬਹਿੰਦੇ ਨੇ ਮੀਟਿੰਗ ਕਰਨ ਦੇ ਲਈ, ਉਸ ਦੇ ਨਾਲ ਸਿੱਟਾ ਕੀ ਨਿਕਲੇਗਾ, ਪੰਜਾਬ ਦਾ ਕੀ ਫਾਇਦਾ ਹੋਣਾ ਹੈ ਤੇ ਕਿੰਨਾ ਕੁ ਤਰੱਕੀ ਦੇ ਰਾਹ ਦੇ ਉੱਤੇ ਸਨਅਤਕਾਰਾਂ ਨੂੰ ਲੈ ਕੇ ਪੈ ਸਕਦਾ ਪੰਜਾਬ, ਇਸ ਦੀ ਵੀ ਗੱਲ ਕਰਾਂਗੇ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ। ਸਭ ਤੋਂ ਪਹਿਲਾਂ ਇੱਕ ਵੱਡੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪ੍ਰਚਾਰਿਆ ਗਿਆ, ਖੂਬ ਪ੍ਰਚਾਰ ਕੀਤਾ ਗਿਆ ਅੰਮ੍ਰਿਤਸਰ ਦੇ ਵਿੱਚ। ਉਸ ਨਗਰੀ ਤੋਂ ਖਬਰਾਂ ਵੀ ਬਣ ਜਾਂਦੀਆਂ ਨੇ, ਪਰ ਉਹ ਖਬਰਾਂ ਹਾਲੇ ਛਪੀਆਂ ਹੀ ਸੀ, ਸਿਆਹੀ ਹਾਲੇ ਸੁੱਕੀ ਨਹੀਂ ਸੀ ਉਹਨਾਂ ਪੇਪਰਾਂ ਦੇ ਉੱਤੇ। ਉਸ ਦੇ ਉੱਤੇ ਇੱਕ ਨਵੀਂ ਆ ਜਿਹੜੀ ਲਕੀਰ ਖਿੱਚ ਦਿੱਤੀ ਕੁੰਵਰ ਵਿਜੇ ਪ੍ਰਤਾਪ ਨੇ। ਉਹਦੇ ਕੀ ਅਸਰ ਹੋਣਗੇ? ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਕੂਲ ਆਫ ਐਮੀਨੈਂਸ ਖੋਲ੍ਹਣ ਦਾ ਸਰਕਾਰ ਦਾ ਪ੍ਰੋਵੀਜ਼ਨ ਸੀ, ਜਿਹੜਾ ਬਜਟ ਦੇ ਵਿੱਚ ਵੀ ਰੱਖਿਆ ਔਰ ਵਿਧਾਨ ਸਭਾ 'ਚ ਬਜਟ ਪੇਸ਼ ਜੋ ਕੀਤਾ, ਉਦੋਂ ਸਰਕਾਰ ਨੇ ਬੜੇ ਜਿਹੜੇ ਨੇ ਤਾੜੀਆਂ ਮਾਰੀਆਂ ਸੀ, ਬੜੇ ਟੇਬਲ ਥਪਥਪਾਏ ਸੀ। ਲੋਕਾਂ ਨੂੰ ਉਮੀਦ ਸੀ ਕਿ ਸਕੂਲ ਆਫ ਐਮੀਨੈਂਸ ਨਵੇਂ ਖੁੱਲ੍ਹਣਗੇ, ਨਵੀਆਂ ਬਿਲਡਿੰਗਾਂ ਬਣਗੀਆਂ, ਨਵੇਂ ਉਦਘਾਟਨ ਹੋਣਗੇ, ਨਵਾਂ ਕੁਛ ਉੱਥੇ ਹੋਏਗਾ। ਲੇਕਿਨ ਹੁਣ ਹੈ ਕਿ ਉਹ ਪੁਰਾਣੀ ਬਿਲਡਿੰਗ ਸੀ, ਰੰਗ ਰੂਪ ਕਰਕੇ ਜਿਵੇਂ ਸਮਾਰਟ ਸਕੂਲ ਦਾ ਜਿਹੜਾ ਕਨਸੈਪਟ ਆ ਉਹ ਪਿਛਲੀ ਕਾਂਗਰਸ ਸਰਕਾਰ ਵੇਲੇ ਚੱਲਦਾ, ਉਹਦੇ 'ਚ ਨਵਾਂ ਕੁਛ ਅਜਿਹਾ ਨਹੀਂ ਲੱਗਾ, ਜਿਸ ਕਰਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਲੱਗਾ। ਪੰਜਾਬ ਦੇ ਵਿੱਚ ਬਹੁਤ ਸਾਰੇ ਸੈਂਕੜੇ ਅਜਿਹੇ ਸਕੂਲ ਨੇ, ਚਾਹੇ ਉਹ ਬਠਿੰਡਾ ਦਾ ਹੋਵੇ, ਚਾਹੇ ਥੂਈ ਦਾ ਸਕੂਲ ਹੋਵੇ, ਜਿੱਥੇ ਇੰਡੋਰ ਬਾਸਕਟਬਾਲ ਦਾ, ਵਾਲੀਬਾਲ ਦੇ ਸਟੇਡੀਅਮ, ਸਵਿਮਿੰਗ ਪੂਲ ਵੀ ਆ। ਉਹ ਕੱਲ੍ਹ ਨੂੰ ਉਹ ਵੀ ਹੋ ਸਕਦਾ ਬਠਿੰਡੇ ਵਾਲਾ, ਮੈਨੂੰ ਲੱਗਦਾ ਨੈਕਸਟ ਜਿਹੜਾ ਬਠਿੰਡੇ ਵਾਲਾ ਹੋਊਗਾ ਸਕੂਲ ਆਫ ਐਮੀਨੈਂਸ, ਜਿਹੜਾ ਬਹੁਤ ਸੋਹਣਾ ਖੂਬਸੂਰਤ ਆ, ਜਾਂ ਥੂਈ ਵਾਲਾ ਹੋਊਗਾ ਜਿੱਥੇ ਇੰਡੋਰ ਬਾਸਕਟਬਾਲ ਦਾ ਹੈ, ਜਾਂ ਉਹ ਹੋਣਗੇ ਜਿੱਥੇ ਇੱਕ ਹੋਰ ਪਟਿਆਲੇ ਲਾਗੇ ਜਿੱਥੇ 3000 ਬੱਚਿਆਂ ਦੀ ਸਟਰੈਂਥ ਆ, ਹੋ ਸਕਦਾ ਨੈਕਸਟ ਉਹ ਹੋਣ ਸਕੂਲ ਆਫ ਐਮੀਨੈਂਸ। ਲੇਕਿਨ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਸਵਾਲ ਖੜੇ ਕੀਤੇ ਨੇ ਹੁਣ, ਤੇ ਜਿਹੜੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਨੇ, ਜਿਨ੍ਹਾਂ ਨੂੰ ਅਸਤੀਫਾ ਜਿਨ੍ਹਾਂ ਕੋਲ ਲਿਆ ਗਿਆ, ਜਿਨ੍ਹਾਂ ਦੀ ਕੁਰਸੀ ਖੋਈ ਗਈ, ਕਿਉਂ ਖੋਈ ਗਈ, ਉਹਨਾਂ ਦੇ ਰਿਸ਼ਤੇਦਾਰ
ਪੱਤਰਕਾਰ ਚੰਗੀ ਤਰ੍ਹਾਂ ਜਾਣਦੇ ਨੇ ਕਿ ਉਹਨਾਂ ਦੀ ਜ਼ੀਰਕਪੁਰ ਦੇ ਨਾਲ ਤਾਰਾਂ ਕੀ ਜੁੜੀਆਂ ਸੀ। ਉਹਨਾਂ ਨੇ ਇੱਕ ਟਵੀਟ ਕੀਤਾ, ਉਹਨਾਂ ਨੇ ਨਹੀਂ ਕੀਤਾ ਗਾ, ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੋਂ ਲੈ ਕੇ MLAs ਮੰਤਰੀ ਨੇ ਕਿ ਪੰਜਾਬ 'ਚ ਸਿੱਖਿਆ ਦੀ ਕ੍ਰਾਂਤੀ ਦੀ ਸ਼ੁਰੂਆਤ, ਨਵੇਂ ਯੁੱਗ ਦੀ ਸ਼ੁਰੂਆਤ, ਤੇ ਉਹ ਜਿਹੜਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਟ ਆ ਉੱਥੇ ਉਹਦੀਆਂ ਫੋਟੋਆਂ ਲਾ ਦਿੱਤੀਆਂ ਗਈਆਂ। ਉਸ 'ਤੇ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ ਉਸ 'ਤੇ ਸਵਾਲ ਖੜੇ ਕਰ ਦਿੱਤੇ। ਹਾਲਾਂਕਿ ਜਿੱਦਾਂ ਵਿਜੇ ਸਿੰਗਲਾ ਨੇ ਡਾਕਟਰ ਮਾਨਸਾ, ਤੇ ਉਹਨਾਂ ਨੇ ਵੀ ਕੱਲ੍ਹ ਵੇਖੋ ਇਹ ਵੀ ਹੈ, ਉਹ ਵੀ ਡਾਕਟਰ ਇੰਦਰਬੀਰ ਸਿੰਘ ਨਿੱਜਰ, ਉਹਦੀ ਵੀ ਛੁੱਟੀ ਹੋਈ, ਡਾਕਟਰ ਵਿਜੇ ਸਿੰਗਲਾ ਦੀ ਵੀ ਛੁੱਟੀ। ਦੋਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਹੀ ਪੋਸਟਰ ਪਾਏ ਹੈਗੇ ਨੇ, ਵਿਜੇ ਸਿੰਗਲਾ ਨੇ ਵੀ। ਉਹਦੇ 'ਚ ਕੁੰਵਰ ਵਿਜੇ ਪ੍ਰਤਾਪ ਕੀ ਕਹਿੰਦੇ ਕਿ ਵਧਾਈਆਂ ਡਾਕਟਰ ਸਾਹਿਬ ਤੁਹਾਨੂੰ ਵੀ, ਪਰ ਸਵਾਲ ਕਹਿੰਦੇ ਅਸੀਂ ਤੇ ਪੰਜਾਬ ਦੀ ਜਨਤਾ ਨੇ ਕਿਹਾ ਸੀ ਕਿ ਅਸੀਂ ਨਵੇਂ ਖੋਲਾਂਗੇ, ਅਸੀਂ ਤੇ ਪੁਰਾਣਿਆਂ ਨੂੰ ਰੰਗ ਰੂਪ ਕਰਤਾ, ਨਵਾਂ ਕਰਤਾ। ਇਹ ਸਕੂਲ ਪਹਿਲਾਂ ਹੀ ਬਿਹਤਰੀਨ ਆ, ਇਹ ਸਕੂਲ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਹੀ ਮੈਰੀਟੋਰੀਅਸ ਆ, ਇਹ ਸਕੂਲ ਪਹਿਲਾਂ ਹੀ ਨੰਬਰ 1। ਇਸ ਸਕੂਲ 'ਚ ਪੜ੍ਹਨ ਵਾਲੇ ਬੱਚੇ ਵੀ ਕਾਬਲ ਨੇ, ਤੇ ਉਹਨਾਂ ਨੂੰ ਕਾਬਲ ਬਣਾਉਣ ਵਾਲੇ ਟੀਚਰ ਵੀ ਕਾਬਲ ਨੇ, ਕਿਉਂਕਿ ਇਹ ਜਿਹੜੀ ਸਕੂਲ ਦੀ ਨੀਂਹ ਰੱਖੀ ਆ ਇਹ ਕਾਮਰੇਡ ਆਗੂ, ਧੜੱਲੇਦਾਰ, ਨਿਰਪੱਖ, ਨਿਰਭੈ, ਨਿਡਰ, ਬੇਬਾਕ, ਜਿਹਦੀਆਂ ਅੱਜ ਵੀ ਪੰਜਾਬ ਵਿਧਾਨ ਸਭਾ ਸੌਹਾਂ ਖਾਂਦੀ ਗਵਾਹੀ ਦਿੰਦੀ ਆ, ਸਤਪਾਲ ਡਾਂਗ ਸਾਹਿਬ, ਉਹਨਾਂ ਦੀ ਸ਼ੁਰੂਆਤ ਉਹਨਾਂ ਨੇ ਰੱਖਿਆ ਸੀ। ਉਸ ਅੱਜ ਵੀ ਉਹਨਾਂ ਦੇ ਰਿਸ਼ਤੇਦਾਰ ਉੱਥੇ ਪੜ੍ਹਾ ਰਹੇ ਹੈਗੇ ਨੇ। ਤੇ ਸਤਪਾਲ ਡਾਂਗ ਸਾਹਿਬ ਦਾ ਇਹ ਕਿ ਜਦੋਂ ਪਾਰਲੀਮੈਂਟ ਵਿਧਾਨ ਸਭਾ 'ਚ ਬੋਲਦੇ ਸੀ ਤੇ ਕੰਧਾਂ ਵੀ ਹਿਲਦੀਆਂ ਸੀ, ਤੇ ਰਾਤ ਨੂੰ ਨਵੇਂ MLAs ਨੂੰ ਤਿਆਰੀ ਵੀ ਕਰਾਉਂਦੇ, ਇੰਨੇ ਉਹ ਦ੍ਰਿੜ ਇਰਾਦੇ ਵਾਲੇ, ਇੰਨੇ ਉਹ ਸਿਰੜੀ ਸੀ। ਹੁਣ ਸਵਾਲ ਕਿ ਜਦੋਂ ਉਹਨਾਂ ਦਾ ਸਤਪਾਲ ਡਾਂਗ ਸਾਹਿਬ ਦਾ ਨਾਮ ਆ ਜਾਂਦਾ ਜਾਂ ਕੁੰਵਰ ਵਿਜੇ ਪ੍ਰਤਾਪ ਹੋਣੀ ਆਪਣੇ ਵਿਚਾਰ ਸਾਂਝੇ ਕਰ ਦਿੰਦੇ ਨੇ, ਉਹ ਸਰਕਾਰ ਦੇ ਸਾਰੇ ਪ੍ਰੋਗਰਾਮ ਦੀ ਕਿਰਕਰੀ ਹੋ ਜਾਂਦੀ ਆ। ਦੂਜੀ ਗੱਲ, ਸ਼੍ਰੋਮਣੀ ਅਕਾਲੀ ਦਲ ਨੇ ਘੇਰ ਲਿਆ, ਕਾਂਗਰਸ ਪਾਰਟੀ ਨੇ ਘੇਰ ਲਿਆ, BJP ਨੇ ਘੇਰ ਲਿਆ ਕਿ ਜਿਹੜਾ ਤੁਸੀਂ ਕਹਿ ਰਹੇ ਨਾ ਸਿੱਖਿਆ ਕ੍ਰਾਂਤੀ 'ਚ ਬੜਾ ਹੀ ਮਾਰਕਾ ਮਾਰ ਲਿਆ, ਤੁਹਾਡੇ ਤੇ MLA ਨੇ ਤੁਹਾਡੀ ਫੂਕ ਕੱਢ ਦਿੱਤੀ ਹੈਗੀ ਆ। ਹੁਣ ਉਹ ਜਿਹੜਾ ਫੇਸਬੁੱਕ 'ਤੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਹੋਣਾ ਨੇ ਵਿਚਾਰ ਪਾਏ, ਟਵੀਟ ਕੀਤਾ ਆਪਣਾ ਲਿਖੇ ਵਿਚਾਰ, ਉਹਨਾਂ ਵਿਚਾਰਾਂ ਦੇ ਜਿਹੜੇ ਵਿਚਾਰ ਕੁੰਵਰ ਵਿਜੇ ਪ੍ਰਤਾਪ ਹੋਣਾ ਸਾਂਝੇ ਕੀਤੇ ਸੀ, ਉਹ ਡਾਕਟਰ ਇੰਦਰਬੀਰ ਸਿੰਘ ਨਿੱਜਰ ਹੋਣਾ ਕਹਿੰਦੇ ਪੋਸਟ ਹੀ ਡਿਲੀਟ ਕਰ ਦਿੱਤੀ ਹੈਗੀ ਆ, ਕਿਉਂਕਿ ਸਰਕਾਰ ਦੀ ਕਿਰਕਰੀ ਇੰਨੀ ਜ਼ਿਆਦਾ ਹੋ ਗਈ ਆ। ਰਹੀ ਗੱਲ ਕਿ ਜਿਹੜਾ ਸਕੂਲ ਆਫ ਐਮੀਨੈਂਸ ਖੋਲ੍ਹਣੇ ਅੱਛੀ ਗੱਲ ਆ, ਪਰ ਇਹ ਨਹੀਂ ਕਿ ਪਿਛਲੀਆਂ ਸਰਕਾਰਾਂ ਦਾ ਕੰਮ ਆਪਣੇ ਸਿਰ ਮੜ ਲਓ ਤੇ ਫਿਰ ਕਹੋਗੇ ਕਿ ਕਿਹੜੇ ਜਾਂ ਪਿਛਲੀਆਂ ਸਰਕਾਰਾਂ ਨੇ ਕਿਹੜੇ ਪੱਲਿਓਂ ਪੈਸੇ ਲਾਏ, ਉਹ ਨਹੀਂ ਆ। ਇਹ ਠੀਕ ਉਸੇ ਤਰ੍ਹਾਂ ਹੀ ਹੋ ਗਿਆ ਜਿਵੇਂ ਆ ਖੁੱਲ੍ਹੇ ਆ ਮੁਹੱਲਾ ਕਲੀਨਿਕ, ਜਿਹੜੇ ਪਹਿਲਾਂ ਡਿਸਪੈਂਸਰੀਆਂ ਤੇ ਉਹਨਾਂ 'ਤੇ ਬੋਰਡ ਲੱਗੇ, ਲੋਕਾਂ ਨੇ ਉਦੋਂ ਵੀ ਸਵਾਲ ਖੜੇ ਕੀਤੇ। ਇਹ ਸਕੂਲਾਂ ਵਾਲਾ ਵੀ ਮਸਲਾ ਉਸੇ ਰਸਤੇ 'ਤੇ ਹੈ। ਦੇਖੋ ਨਾ ਦੇ ਤੇ ਮੁਹੱਲਾ ਕਲੀਨਿਕ ਕੰਸੈਪਟ ਇਹਦੇ ਦਿੱਲੀ ਚੱਲ ਸਕਦਾ, ਦਿੱਲੀ ਇੱਕ ਛੋਟਾ ਜਿਹਾ ਸ਼ਹਿਰ ਹੈਗਾ ਨਾ, ਹੁਣ ਆਮ ਆਦਮੀ ਪਾਰਟੀ ਦੇ ਉੱਥੇ ਕੁਝ ਪੱਲੇ ਨੇ ਨਾ, ਆਮ ਆਦਮੀ ਪਾਰਟੀ ਵਾਲੇ ਦਿੱਲੀ ਦੇ ਵਿੱਚ ਨਾ 3 ਚੋਂ ਨਾ 13 ਚੋਂ ਸਾਰੀਆਂ ਪਾਵਰਾਂ ਤੇ ਲੈਫਟੀਨੈਂਟ ਗਵਰਨਰ ਕੋਲ ਹੈ। ਕੇਜਰੀਵਾਲ ਤੇ ਇੱਕ ਜਸਟ ਕਾਉਂਸਲਰ ਬਣ ਕੇ ਰਹਿ ਗਏ ਨੇ ਦਿੱਲੀ ਦੇ, ਉਹਨਾਂ ਦੇ ਸਾਰੇ ਜਿਹੜੇ ਦਿੱਲੀ ਦੇ ਹੁਣ MLA ਨੇ ਉਹ ਸਾਰੇ ਕਾਉਂਸਲਰ ਨੇ, ਜਿਨ੍ਹਾਂ ਕੋਲ ਕੋਈ ਰਾਈਟ ਨਹੀਂ ਹੈਗਾ, ਸਾਰੇ ਰਾਈਟ ਤਾਂ ਹੁਣ ਉੱਥੇ ਲੈਫਟੀਨੈਂਟ ਗਵਰਨਰ ਕੋਲ ਰਹਿ ਗਿਆ। ਇਸੇ ਕਰਕੇ ਹੁਣ ਸਾਰੇ ਪੰਜਾਬ ਨੂੰ ਭੱਜ ਕੇ ਆ ਰਹੇ ਨੇ ਕਿ ਇੱਥੇ ਡਬਲ ਸਿਕਿਉਰਟੀਆਂ ਮਿਲ ਜਾਂਦੀਆਂ, 2 ਕੋਠੀਆਂ ਮਿਲ ਜਾਂਦੀਆਂ, ਸਭ ਕੁਝ ਮਿਲ ਜਾਂਦਾ ਹੈਗਾ। ਹੁਣ ਸਵਾਲ ਇਹ ਹੈ ਕਿ ਜਿਹੜਾ ਮੁਹੱਲਾ ਕਲੀਨਿਕ ਪਹਿਲੇ ਸਾਰੇ ਉਹ ਤਬਦੀਲ ਕਰ ਦਿੱਤੇ, ਹੁਣ ਸਕੂਲ ਆਫ ਜਿਹੜਾ ਐਮੀਨੈਂਸ ਖੋਲ੍ਹਣਾ ਹੈਗਾ ਵਾ ਉਹਦੇ ਪਹਿਲਾਂ ਹੀ ਪੰਜਾਬ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਮੈਰੀਟੋਰੀਅਸ ਸਕੂਲ ਖੋਲ੍ਹੇ, ਜਿਹਦੇ 'ਚੋਂ 1100 ਤੋਂ ਜ਼ਿਆਦਾ ਜਿਹੜੇ ਬੱਚੇ ਨੇ ਉਹ ਵੱਖ-ਵੱਖ ਇੰਡੀਆ ਲੈਵਲ ਦੇ ਟੈਸਟ ਪਾਸ ਕਰ ਚੁੱਕੇ, ਕੋਈ ਡਾਕਟਰ ਬਣ ਚੁੱਕਾ, ਕੋਈ NDA 'ਚ ਭਰਤੀ ਹੋ ਚੁੱਕਿਆ, ਕੋਈ ਇੰਜੀਨੀਅਰਿੰਗ ਡਿਗਰੀ ਕਰ ਰਿਹਾ, ਕੋਈ ਡਿਪਲੋਮਾ ਕਰ ਰਿਹਾ ਹੈਗਾ। ਪਰ ਹੁਣ ਸਕੂਲ ਆਫ ਐਮੀਨੈਂਸ ਆ, ਤੁਸੀਂ ਇੰਨਾ ਜ਼ੋਰ ਲਾਤਾ, ਇੰਨਾ ਤੁਸੀਂ ਪੈਸਾ ਖਰਚ ਕਰ ਦਿੱਤਾ ਹੈਗਾ, ਨਿਕਲਿਆ ਕੀ? ਨਿਕਲਿਆ ਬਾਬਾ ਜੀ ਦਾ ਠੁੱਲੂ, ਉਹ ਕਰ ਦਿੱਤਾ ਕੁੰਵਰ ਵਿਜੇ ਪ੍ਰਤਾਪ ਹੋਣਾ ਨੇ। ਕੁੰਵਰ ਵਿਜੇ ਪ੍ਰਤਾਪ ਹੋਣਾ ਦੇ ਨਾਲ ਮੈਂ ਸਵੇਰੇ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦਾ ਪੱਖ 'ਤੇ ਜਾ ਲਈਏ ਵੀ ਜਿਹੜਾ ਫੇਸਬੁੱਕ 'ਤੇ ਮੈਸੇਜ ਲਿਖਿਆ ਤੁਹਾਡਾ ਹੀ ਆ, ਕਿਤੇ ਕੱਲ੍ਹ ਨੂੰ ਕੋਈ ਕਹਿਣ ਨਾ ਕਿ ਨਹੀਂ ਉਹਨਾਂ ਦਾ ਨਹੀਂ ਸੀ, ਕਿਸੇ ਹੋਰ ਨੇ ਲਿਖਤਾ ਜਾਂ ਕੋਈ ਫਰਜ਼ੀ ਨਾ ਹੋਵੇ ਨਾ। ਪਰ ਹੁਣ ਜੇ ਇੰਦਰਬੀਰ ਸਿੰਘ ਨਿੱਜਰ ਸਾਹਿਬ ਵੀ ਕਹਿੰਦੇ ਪੋਸਟ ਡਿਲੀਟ ਕਰ ਗਏ ਨੇ, ਤੇ ਲਾਜ਼ਮੀ ਤੌਰ 'ਤੇ ਸਰਕਾਰ ਦੀ ਇਸ ਮਸਲੇ 'ਚ ਕਿਰਕਰੀ ਹੋਈ ਆ। ਪਰ ਸਵਾਲ ਇਹ ਵੀ ਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਣਾ ਦਾ ਕਿ ਆਪਣੀ ਸਰਕਾਰ ਦੇ ਵਿੱਚ ਕੋਈ ਬੋਲਣ ਵਾਲਾ, ਜਿਹੜਾ ਕਦਰਾਂ ਕੀਮਤਾਂ ਦੱਸਣ ਵਾਲਾ, ਜਿਹੜਾ ਇਮਾਨਦਾਰੀ ਦੀ ਗੱਲ ਦੱਸਣ ਵਾਲਾ, ਕਿ ਅਸੀਂ ਪਿਛਲਿਆਂ ਵਾਂਗੂ ਕਿਉਂ ਕੰਮ ਕਰਦੇ ਹਾਂ। ਜੇ ਬਣਾਉਣਾ ਸੀ ਤਾਂ 18 ਮਹੀਨਿਆਂ 'ਚ ਨਵਾਂ ਬਣਾ ਦਿੰਦੇ, ਤੇ ਅਸੀਂ ਪਿਛਲਿਆਂ ਦੇ ਜਿਹੜੇ ਘਰ ਬਣਾ ਕੇ ਤੇ ਆਪਣਾ ਰੰਗ ਥੋਪੀ ਜਾ ਰਹੇ ਆ, ਇਹ ਤਾਂ ਕਹਿੰਦੇ ਅਸੀਂ ਬਣਾਇਆ ਹੈਗਾ, ਉਹ ਕਹਿੰਦੇ ਉਹ ਤਾਂ ਉੱਦਾਂ ਆਲਰੇਡੀ ਉਹੀ ਚੱਲ ਰਿਹਾ ਸੀ। ਤੇ ਇਸ ਕਰਕੇ ਜਿਹੜੀ ਕੁੰਵਰ ਵਿਜੇ ਪ੍ਰਤਾਪ ਹੋਣਾ ਹਿੰਮਤ ਦਿਖਾਈ ਆ। ਦੇਖੋ ਇਹੋ ਜਿਹੇ ਪੋਲੀਟਿਕਸ, ਇਹੋ ਜਿਹੇ ਲੋਕ ਜ਼ਿਆਦਾਤਰ ਝੱਲਦੇ ਨਹੀਂ ਹੁੰਦੇ, ਜਿਹੜੇ ਸਿਆਸੀ ਹੁੰਦੇ ਨੇ ਨਾ। ਮੈਨੂੰ ਲੱਗਦਾ ਉਹਨੂੰ ਭਗਵੰਤ ਮਾਨ ਝੱਲਦਾ ਹੋਊਗਾ, ਨਾ ਅਰਵਿੰਦ ਕੇਜਰੀਵਾਲ ਝੱਲਦਾ ਹੋਊਗਾ ਇਹਨੂੰ, ਕੁੰਵਰ ਵਿਜੇ ਪ੍ਰਤਾਪ ਨੂੰ। ਕੁੰਵਰ ਵਿਜੇ ਪ੍ਰਤਾਪ ਆਪਣੀ ਹਰ ਚੀਜ਼ 'ਤੇ ਨੁਕਤਾਚੀਨੀ ਕਰਦੇ ਸਰਕਾਰ 'ਤੇ। ਅਗਰ ਐਜ਼ ਏ ਪੋਲੀਟੀਸ਼ਨ, ਐਜ਼ ਏ ਸਿਟੀਜ਼ਨ ਦੇਖੀਏ, ਜਾਂ ਜ਼ਿੰਮੇਵਾਰੀ ਦੇ ਤੌਰ 'ਤੇ ਦੇਖੀਏ, ਜਾਂ ਨੈਤਿਕਤਾ ਦੇ ਤੌਰ 'ਤੇ ਦੇਖੀਏ,
ਉਹ ਇਸ ਪੱਖੋਂ ਤੇ 100 ਚੋਂ 200 100 ਚੋਂ 100% ਪਰਫੈਕਟ ਆ ਕੁੰਵਰ ਵਿਜੇ ਪ੍ਰਤਾਪ ਸਿੰਘ। ਲੇਕਿਨ ਜਦੋਂ ਉਹ ਟਵੀਟ ਕਰਦੇ ਨੇ ਉਹ ਵਿਰੋਧੀ ਨਿਸ਼ਾਨੇ ਤੇ ਲੈ ਆਉਂਦੇ। ਬਾਕੀਆਂ ਅਕਾਲੀ ਦਲ ਦੇ ਵਿੱਚ ਕੋਈ ਨੁਕਤਾਚੀਨੀ ਨਹੀਂ ਕਰਦਾ। ਜੋ ਬਾਦਲ ਸਾਹਿਬ ਨੇ ਕਹਿ ਦਿੱਤਾ ਸੀ ਉਹ ਸਾਰੇ ਕਰ ਦਿੰਦੇ ਸੀ। ਕਾਂਗਰਸ ਪਾਰਟੀ ਦੇ ਵਿੱਚ ਵੀ ਕੋਈ ਨੁਕਤਾਚੀਨੀ ਨਹੀਂ ਕਰਦੇ ਸੀ ਸਿਵਾਏ ਪ੍ਰਗਟ ਸਿੰਘ ਤੋਂ ਇਲਾਵਾ। ਬਾਕੀ ਸਾਰੇ ਜੀ ਹਜੂਰ, ਕੋਈ ਬੱਬਰ ਸ਼ੇਰ ਕਹਿੰਦਾ ਸੀ, ਕੋਈ ਮਹਾਰਾਜ ਕਹਿੰਦਾ ਸੀ, ਕੋਈ ਸਲਾਮ ਕਰਦਾ ਸੀ, ਕੋਈ ਜੀ ਹਜੂਰ ਕਰਦਾ ਸੀ ਨਾ। ਆਮ ਆਦਮੀ ਪਾਰਟੀ ਦੇ ਵਿੱਚ ਹੋਰ ਕੋਈ ਐਮਐਲਏ ਨਹੀਂ ਹੈਗਾ ਜਿਹਦੇ 'ਚ ਹਿੰਮਤ ਆ ਗਈ ਆ ਸਿਆਸੀ ਤੌਰ ਤੇ ਵੀ ਕੋਈ ਨਫਾ ਨੁਕਸਾਨ ਨਹੀਂ। ਕੁੰਵਰ ਵਿਜੇ ਪ੍ਰਤਾਪ ਕਹਿੰਦਾ ਨੇ ਕਿ ਯਾਰ ਜੇ ਮੈਂ ਆਈਜੀ ਦੀ ਨੌਕਰੀ ਛੱਡ ਸਕਦਾ, ਜਿੰਨੀ ਉਹਦੀ ਸਰਵਿਸ ਪਈ ਉਹ ਡੀਜੀਪੀ ਰੈਂਕ ਤੇ ਅਹੁਦੇ ਤੇ ਪਹੁੰਚਣਾ ਸੀ ਉਹਨਾਂ ਨੇ, ਠੀਕ ਹੈ। ਤੇ ਫਿਰ ਕੀ ਐਮਐਲਏ ਇੱਕ ਆਪਾਂ ਹੋ ਸੀਟ ਜਾਂ ਕੋਈ ਗੱਲ ਨਹੀਂ ਕੁਰਬਾਨ ਕਰ ਦਾਂਗੇ ਜੇ ਪਾਰਟੀ ਕੱਲ੍ਹ ਨੂੰ ਬਿਠਾਉ ਦੂਗੀ ਘਰ, ਤੇ ਕੋਈ ਵੱਡੀ ਗੱਲ ਨਹੀਂ ਆ। ਤੇ ਇੱਦਾਂ ਦੇ ਪਾਰਟੀ 'ਚ ਲੋਕ ਹੋਣੇ ਚਾਹੀਦੇ ਨੇ। ਇਹਨੂੰ ਅਸਲ ਡੈਮੋਕ੍ਰੈਟਿਕ ਕਹਿੰਦੇ ਜਾਂ ਡੈਮੋਕ੍ਰੇਸੀ ਕਹਿੰਦੇ ਨੇ। ਪਰ ਜਿਹੜੇ ਆਕਾ ਹੁੰਦੇ ਨੇ, ਜਿਹੜੇ ਹੁੰਦੇ ਨੇ ਪਾਰਟੀ ਦੇ ਕਰਤਾ ਧਰਤਾ, ਉਹ ਬਰਦਾਸ਼ਤ ਨਹੀਂ ਕਰਦੇ ਹੈਗੇ। ਉਹਨਾਂ ਇੱਕ ਵੀਡੀਓ ਪਹਿਲਾਂ ਵੀ ਜਾਰੀ ਕੀਤੀ ਸੀ ਜਿੱਦਣ ਜੁਆਇਨ ਕੀਤੀ ਸੀ ਪਾਰਟੀ। ਅਰਵਿੰਦ ਕੇਜਰੀਵਾਲ ਵੀ ਬੈਠਿਆ ਨਾਲ, ਮੁੱਖ ਮੰਤਰੀ ਭਗਵੰਤ ਮਾਨ ਵੀ। ਉਹ ਕਹਿੰਦੇ ਮੈਂ ਆਪਣੇ ਅਸੂਲਾਂ ਤੇ ਖੜਾ, ਮੇਰੇ ਜਿਹੜੇ ਸਟੈਂਡ ਸੀ ਮੈਂ ਉੱਥੇ ਵੀ ਖੜਾ, ਬਾਕੀ ਕਿੱਥੇ ਨੇ। ਉਹਨਾਂ ਨੇ ਇਸ਼ਾਰਾ ਤਾਂ ਇਹੀ ਕੀਤਾ ਸੀ ਬੇਅਦਬੀ ਵਾਲੇ ਕੇਸ ਨੂੰ ਲੈ ਕੇ ਕਿ ਮੇਰੇ ਅਸੂਲ ਉਹੀ ਨੇ, ਮੇਰੇ ਸਟੈਂਡ ਉਹੀ ਨੇ, ਬਾਕੀ ਗੱਲ ਕਿੱਥੇ ਹੈ। ਸੰਦੀਪ, ਜ਼ਿੰਦਗੀ ਦੇ ਵਿੱਚ ਬੰਦੇ ਦੀ ਇਹੋ ਹੀ ਕਮਾਈ ਹੁੰਦੀ ਆ। ਜਿਹਦੇ ਕੋਲ ਅਣਖ ਹੈਗੀ ਹੈ, ਜਿਹਦੇ ਕੋਈ ਇਮਾਨਦਾਰ ਹੈਗੀ, ਜਿਹਦੇ ਕੋਲ ਅਸੂਲ ਹੈਗੇ ਨੇ, ਉਹ ਕੁੰਵਰ ਵਿਜੇ ਪ੍ਰਤਾਪ 'ਚ ਹੈਗੇ ਨੇ। ਬਾਕੀ ਤੇ ਜਿਹਦੇ ਅਸੂਲ ਨਹੀਂ ਹੈਗੇ, ਜਿਹਦੇ 'ਚ ਅਣਖ ਨਹੀਂ ਹੈਗੇ, ਜਿਹਦੇ 'ਚ ਬੇਈਮਾਨੀ ਆ, ਭ੍ਰਿਸ਼ਟਾਚਾਰ ਆ, ਹੈ ਨਾ, ਉਹ ਤਾਂ ਬਥੇਰੀ ਦੁਨੀਆ ਮਿਲ ਜੂਗੀ। ਜੇ ਪੈਸਾ ਕਮਾਉਣਾ ਹੈਗਾ, ਪੈਸਾ ਤੇ ਦਿੱਲੀ GB ਰੋਡ ਵੀ ਹੈਗਾ, ਪੈਸਾ ਤੇ ਕਲਕੱਤੇ ਸੋਨਾਗਾਚੀ ਵੀ ਹੈਗਾ, ਪੈਸਾ ਤੇ ਲਾਹੌਰ ਦੇ ਵਿੱਚ ਮੰਡੀ ਵੀ ਹੈਗਾ, ਪੈਸਾ ਤੇ ਉਹ ਵੀ ਕਮਾ ਹੀ ਰਹੀਆਂ ਬੀਬੀਆਂ। ਪਰ ਹੁਣ ਸਵਾਲ ਹੈ ਕਿ ਜੇ ਤੁਸੀਂ ਅਣਖ ਦੇ ਨਾਲ ਜੀਣਾ, ਜੇ ਤੁਹਾਡੀ ਜ਼ਮੀਰ ਆ ਗਿਆ, ਜੇ ਤੁਹਾਡੇ ਅਸੂਲ ਹੈਗੇ ਨੇ, ਤੁਹਾਡੇ ਜੇ ਲੋਕਾਂ ਦੇ ਨਾਲ ਸਰੋਕਾਰ ਹੈ, ਤੁਸੀਂ ਲੋਕਾਂ ਦੀਆਂ ਮੁਸ਼ਕਿਲਾਂ ਦੇ ਨਾਲ ਬੰਨੇ ਹੋਏ ਹੋ, ਤੇ ਤੁਹਾਨੂੰ ਫਿਰ ਕੀ ਹੈ ਜੇ ਐਮਐਲਏ ਬਣੇ ਜਾਣਾ ਬਹਿ ਕੇ ਤੇ ਸਾਰੀ ਦੁਨੀਆ ਐਮਐਲਏ ਬਣੀ ਫਿਰ ਤੁਰੀ ਫਿਰਦੀ ਹੈ, ਜਾਂ ਸਾਰਿਆਂ ਨੂੰ ਸਲਾਮ ਹੀ ਵੱਜਦੇ ਪੈਂਦੇ। ਪੁਰਾਣੇ ਸਮਿਆਂ 'ਚ ਹੁਣ ਵੀ ਸਮਿਆਂ 'ਚ ਸਾਰੇ ਦੁਨੀਆ ਸਲਾਮ ਕਰਦੇ ਨੇ। ਤੇ ਇਸ ਕਰਕੇ ਮੈਨੂੰ ਲੱਗਦਾ ਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਦਾ ਸਟੈਂਡ ਅਗਰ ਪੋਲੀਟੀਸ਼ੀਅਨ ਦੇ ਤੌਰ ਤੇ ਦੇਖੀਏ, ਜਾਂ ਇੱਕ ਸਿਟੀਜ਼ਨ ਤੌਰ ਤੇ ਦੇਖੀਏ, ਜਾਂ ਇੱਕ ਨਾਗਰਿਕ ਦੇ ਤੌਰ ਤੇ ਦੇਖੀਏ ਕਿ ਪਰਫੈਕਟ ਆ। ਪਰ ਉਹ ਚੁਭਿਆ ਬਹੁਤ ਸਾਰਿਆਂ ਨੂੰ। ਵਿਰੋਧੀਆਂ ਨੇ ਤਾਂ ਤਮਾਸ਼ਾ ਦੇਖਣਾ ਹੁੰਦਾ ਨਾ। ਵਿਰੋਧੀ ਕਹਿੰਦੇ ਨੇ ਵਿਰੋਧੀਆਂ ਦੇ ਉੱਦਾਂ ਤਾਂ ਕੁਛ ਹੈ ਨਹੀਂ, ਵਿਰੋਧੀਆਂ ਨੇ ਤਾਂ ਬੋਲਣਾ ਕੀ ਹੈਗਾ। ਲੇਕਿਨ ਉਹ ਹੁਣ ਸਾਰੀ ਕੋਈ ਬੰਦੂਕ ਨਾ ਇਹਦੇ ਕੁੰਵਰ ਵਿਜੇ ਪ੍ਰਤਾਪ ਦੇ ਮੋਢਿਆਂ 'ਤੇ ਰੱਖ ਕੇ ਚਲਾਈ ਜਾ ਰਹੇ। ਜੇ ਕਰਨਾ ਤਾਂ ਹਿੰਮਤ ਕਰੋ ਨਾ, ਆਪ ਕਰੋ ਆਗੇ। ਪਰ ਹੁਣ ਦੇ ਕਿ ਭਗਵੰਤ ਮਾਨ ਸਾਹਿਬ ਕੁੰਵਰ ਵਿਜੇ ਪ੍ਰਤਾਪ ਤੋਂ ਚਿੜਦੇ ਨੇ, ਜਾਂ ਅਰਵਿੰਦ ਕੇਜਰੀਵਾਲ ਸਾਹਿਬ ਚਿੜਦੇ ਹੈਗੇ ਨੇ, ਜਾਂ ਫਿਰ ਹੁਣ ਸਵਾਲ ਇਹ ਹੈ ਕਿ ਕਹਿੰਦੇ ਚਲੋ ਜਿਹੜਾ ਹੁਣ ਕਰਨਾ ਕਰੀ ਜਾਵੇ, ਜਿਹੜਾ ਹੁਣ ਅਰਵਿੰਦ ਕੇਜਰੀਵਾਲ ਨੇ ਕਰਨਾ ਉਹ ਨਾ ਕਰ ਦੇਣਾ। ਹੋ ਸਕਦਾ 27 ਦੇ ਵਿੱਚ ਉਹਨਾਂ ਨੂੰ ਟਿਕਟ ਨਾ ਮਿਲੇ, ਹਲੇ ਤਾਂ ਚਲੋ ਸਮਾਂ ਦੂਰ ਆ। ਪਰ ਸਵਾਲ ਹੈ ਕਿ ਕੁੰਵਰ ਵਿਜੇ ਪ੍ਰਤਾਪ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ। ਜਿਹੜਾ ਆਫੀਸਰ ਇੱਕ IPS ਦੀ ਨੌਕਰੀ ਛੱਡ ਸਕਦਾ, IG ਦਾ ਅਹੁਦਾ ਛੱਡ ਸਕਦਾ ਹੈਗਾ, ਅਤੇ ਉਹ ਇੱਕ MLA ਦੀ ਕੁਰਸੀ ਵੀ ਕੁਰਬਾਨ ਕਰ ਸਕਦਾ, ਉਹਦੇ ਵਾਸਤੇ ਤਾਂ ਕੋਈ ਵੱਡੀ ਗੱਲ ਨਹੀਂ ਆ। ਪਰ ਇਹ ਹੈ ਕਿ ਇਹੋ ਜਿਹੇ ਲੋਕਾਂ ਦੀਆਂ ਜਿਹੜੀਆਂ ਕਦਰ ਕਰਨੀ ਚਾਹੀਦੀ ਹੈਗੀ ਹੈ ਕਿ ਜਿਹੜਾ ਸਰਕਾਰ ਦੀ, ਆਪਣੀ ਸਰਕਾਰ ਦੀ ਜਿਹੜੀ ਨੀਤੀ ਤੇ ਕਿੰਤੂ ਪਰੰਤੂ ਕਰਦੇ ਨੇ ਵੀ ਅਸੀਂ ਵਾਅਦਾ ਕੀ ਕੀਤਾ ਸੀ, ਅਸੀਂ ਉਸ ਵਾਅਦੇ ਦੇ ਖਰੇ ਉਤਰਦੀ, ਅਸੀਂ ਇਹਦੇ 'ਚ ਨਵਾਂ ਕੀ ਕੀਤਾ। ਅਸੀਂ ਜਸਟ ਇੱਕ ਰੈਨੋਵੇਸ਼ਨ ਕੀਤੀ ਆ, ਇੱਕ ਅਸੀਂ ਕੰਪਿਊਟਰ ਲਗਾ ਦਿੱਤੇ ਹੋਣਗੇ, ਵੱਧ ਤੋਂ ਵੱਧ ਵਾਈਫਾਈ ਲਾ ਦਿੱਤਾ ਹੋਊਗਾ, ਹੋਰ ਕੀ ਉਹਦੇ 'ਚ ਕੀਤਾ ਹੈਗਾ। ਵੀ ਐਡੀ ਬਿਲਡਿੰਗ 18 ਮਹੀਨਿਆਂ 'ਚ ਤੇ ਬਣੀ ਨਹੀਂ, ਤੁਸੀਂ 117 ਕਰਨੇ 18 ਮਹੀਨਿਆਂ ਦੇ ਵਿੱਚ। ਇੱਕ ਬਣਿਆ ਸਕੂਲ ਆਫ ਐਮੀਨੈਂਸ, ਫਿਰ ਤੁਸੀਂ 16 ਮੈਡੀਕਲ ਕਾਲਜ ਖੋਲ੍ਹੇ, ਉਹਦੇ ਤੱਕ ਇੱਕ ਦਾ ਨੀਂਹ ਪੱਥਰ ਨਹੀਂ ਹੋਇਆ। ਹੁਣ ਜਿਹੜੇ 116 ਰਹਿ ਗਏ ਨੇ ਉਹ ਕੀ ਕਰਨਗੇ। ਪੰਜਾਬ ਦੇ ਵਿੱਚ DC ਕੋ ਜਾਂ DO ਕੋ ਲਿਸਟ ਮੰਗੀ ਹੋਈ ਹੈ ਇਹਨਾਂ ਨੇ ਵੀ ਆਪਣੇ ਏਰੀਏ ਦੇ ਜਿਹੜੇ ਬਿਹਤਰੀਨ ਜਿਹੜੇ ਸਕੂਲ ਨੇ, ਜਿੱਥੇ ਇਨਡੋਰ, ਜਿਵੇਂ ਬਠਿੰਡੇ 'ਚ ਸਵਿਮਿੰਗ ਪੂਲ ਆ, ਥੂਈ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ, ਉੱਥੇ ਇਨਡੋਰ ਬਾਸਕਟਬਾਲ ਹੈਗਾ, ਇੱਦਾਂ ਦੇ ਜਿਹੜੇ ਸਕੂਲ ਉਹ ਸਿਲੈਕਟ ਕਰ ਲੈਣਗੇ। ਉੱਥੇ ਬਾਅਦ 'ਚ ਰੰਗ ਰੂਪ ਬਦਲ ਕੇ ਸਕੂਲ ਆਫ ਐਮੀਨੈਂਸ ਲਿਖ ਦੇਣਗੇ ਅਤੇ ਸਰਕਾਰ ਕਹੂਗੀ ਸਾਡੀ ਜ਼ਿੰਮੇਵਾਰੀ ਪੂਰੀ ਹੋ ਗਈ। ਪਰ ਇਹ ਸਰਾਸਰ ਗਲਤ ਆ। ਤੁਸੀਂ ਕਰੋ, ਚੰਗਾ ਕਰੋ, ਪਰ ਇਹ ਨਹੀਂ ਹੈ ਕਿ ਪਿਛਲਿਆਂ ਨੂੰ ਨਿੰਦੀ ਜਾਓ। ਕਹੋ ਕਿ ਹਾਂ ਇਹਦੇ 'ਚ ਆਹ ਕਮੀਆਂ ਸੀ, ਅਸੀਂ ਪੂਰੀਆਂ ਕੀਤੀਆਂ ਹੈਗੀਆਂ ਨੇ, ਅਤੇ ਇਸ ਕਰਕੇ ਸਾਡਾ ਇਹ ਸਕੂਲ ਆਫ ਐਮੀਨੈਂਸ ਖੋਲ੍ਹ ਰਿਹਾ ਹੈਗਾ। ਅਤੇ ਜਿਹੜੇ ਬਾਦਲ ਸਾਹਿਬ ਨੇ ਜਿਹੜੇ ਸਕੂਲ ਖੋਲ੍ਹ ਰਹੇ ਸੀ ਮੈਰੀਟੋਰੀਅਸ ਸਕੂਲ 10, ਉਹ ਕੀ ਸੀ ਕਿ ਜਿਹੜੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹਦੇ 10ਵੀਂ 'ਚੋਂ, ਜਿਨ੍ਹਾਂ ਦੇ 10ਵੀਂ ਦੇ ਵਿੱਚੋਂ 80% ਨੰਬਰ ਆਉਂਦੇ ਸੀ, ਉਹਨਾਂ ਨੂੰ ਸਿਲੈਕਟ ਕਰਦੇ ਸੀ। ਰਹਿਣਾ ਸਹਿਣਾ, ਨਹਾਉਣਾ ਧੋਣਾ, ਪੜ੍ਹਾਈ, ਐਜੂਕੇਸ਼ਨ, ਹੋਸਟਲ, ਖਾਣਾ ਸਭ ਕੁਛ ਫ੍ਰੀ। ਸਿਰਫ ਬੱਚੇ ਨੇ ਆਪਣੇ ਘਰ ਤਨ ਢੱਕਣ ਵਾਸਤੇ ਕੱਪੜੇ ਲੈ ਕੇ ਆਉਣੇ ਸੀ।
ਤੇ ਉਹ ਅੱਜ ਚੰਗੇ ਥਾਵਾਂ ਤੇ ਬੱਚੇ ਪਹੁੰਚੇ ਹੋਏ ਨੇ, ਨੌਕਰੀਆਂ ਵੀ ਲੱਗੇ ਹੋਏ ਨੇ। ਇਹ ਸਕੂਲ ਵੀ ਅਡਾਪਟ ਕੀਤੇ ਜਾ ਸਕਦੇ ਸੀ, ਲੇਕਿਨ ਕਿਉਂਕਿ ਹਿੰਦੁਸਤਾਨ ਦੇ ਵਿੱਚ ਪ੍ਰੋਬਲਮ ਸਭ ਤੋਂ ਵੱਡੀ ਬਿਮਾਰੀ ਇਹੀ ਆ ਕਿ ਜੇ ਪਿਛਲੀ ਸਰਕਾਰ ਦੇ ਚੰਗੇ ਕੰਮ ਉਹ ਨਜ਼ਰਅੰਦਾਜ਼ ਹੋ ਜਾਂਦੇ। ਜਿਵੇਂ ਕਾਲੀ ਵੇਲੇ ਉਹ ਖੁੱਲ੍ਹੇ ਸੀ ਸੁਵਿਧਾ ਕੇਂਦਰ ਜਿਹੜੇ ਖੋਲ੍ਹੇ ਸੀ, ਉਹ ਅੱਜ ਕੱਲ੍ਹ ਸਾਰੇ ਮੁਹੱਲੇ ਕਲੀਨਿਕ 'ਚ ਤਬਦੀਲ ਕਰਕੇ। ਇੱਕ ਨਾਲ ਲੱਗਦੀ ਗੱਲ ਹੋਰ ਕਰ ਰਹੀ ਹੈ, ਵਨ ਨੇਸ਼ਨ ਵਨ ਐਜੂਕੇਸ਼ਨ ਦਾ ਕੰਸੈਪਟ ਵੀ ਕਹਿੰਦੇ ਆਮ ਆਦਮੀ ਪਾਰਟੀ ਲੈ ਕੇ ਆ ਰਹੀ ਹੈ। ਦੇਖਿਓ ਕਿਵੇਂ ਬਣਦੇ, ਸਾਰੇ ਸਿੱਖਿਆ ਲੈਂਦੇ। ਪ੍ਰਤਾਪ ਸਿੰਘ ਬਾਜਵਾ ਨੇ ਇਹਦੇ ਉੱਤੇ ਵੀ ਤੰਜ ਕੱਸ ਦਿੱਤਾ ਕਿ ਇਹ ਰਸਤਾ ਤਾਂ ਨਜ਼ਰ ਹੋਰ ਹੀ ਕੁਝ ਆ ਰਿਹਾ, ਜਿਵੇਂ ਕੇਂਦਰ ਦੇ ਵਿੱਚ ਭਾਜਪਾ ਕਰਦੀ ਹੈ ਉਸੇ ਰਾਹ 'ਤੇ ਚੱਲਣ ਵਾਲੀਆਂ ਗੱਲਾਂ ਲੱਗਦੀਆਂ। ਇਹ ਕੁਛ ਨਹੀਂ, ਇੱਕ ਟੋਟ ਕੇ ਜੇ ਬਣਾ ਲਏ ਨੇ, ਵਨ ਨੇਸ਼ਨ ਵਨ ਕਾਰਡ, ਵਨ ਨੇਸ਼ਨ ਵਨ ਲੈਂਗੁਏਜ, ਵਨ ਨੇਸ਼ਨ ਵਨ ਪ੍ਰਾਈਮ ਮਿਨਿਸਟਰ, ਵਨ ਨੇਸ਼ਨ ਵਨ ਚੀਫ ਮਿਨਿਸਟਰ ਹੋ ਜਾਊਗਾ। ਇਹ ਟੋਟ ਕੇ ਨਾਲ ਦੇਸ਼ ਨਹੀਂ ਚੱਲਦਾ, ਟੋਟਕਿਆਂ ਦੇ ਨਾਲ ਸਟੇਟ ਨਹੀਂ ਚੱਲਦੇ। ਪੰਚ ਲਾਈਨਾਂ ਇਹ ਆਪਣੇ ਵਾਸਤੇ ਠੀਕ ਆ, ਪ੍ਰਿੰਟ ਮੀਡੀਆ ਵਾਸਤੇ, ਇਲੈਕਟ੍ਰੋਨਿਕ ਮੀਡੀਆ ਵਾਸਤੇ ਠੀਕ ਆ ਕਿ ਬੜੀ ਵਧੀਆ ਮੁੱਖ ਮੰਤਰੀ ਨੇ ਪੰਚ ਲਾਈਨ ਦੇ ਦਿੱਤੀ, ਵਨ ਨੇਸ਼ਨ ਵਨ ਲੈਂਗੁਏਜ। ਯਾਰ ਸਾਊਥ ਤਾਂ ਹਿੰਦੀ ਪੜ੍ਹ ਕੇ ਨਹੀਂ ਰਾਜੀ, ਉੱਥੇ ਅੱਜ ਵੀ ਕਹਿੰਦੇ ਸਾਨੂੰ ਹਿੰਦੀ ਦੇ, ਦੱਖਣ ਭਾਰਤ ਜਿਹੜੇ ਸਟੇਟ ਨੇ ਉਹ ਹਿੰਦੀ ਨੂੰ ਲਾਈਕ ਨਹੀਂ ਕਰਦੇ, ਪਸੰਦ ਨਹੀਂ ਕਰਦੇ ਹੈਗੇ। ਉਹ ਤੇ ਬੀਜੇਪੀ ਸੰਘ ਦਾ ਜ਼ੋਰ ਲੱਗਾ ਹੋਗਾ, ਉਹਨਾਂ 25,000 ਜਿਹੜੇ ਨੇ ਸੰਸਕ੍ਰਿਤ ਤੇ ਹਿੰਦੀ ਸਿਖਾਉਣ ਵਾਲੇ ਜਿਹੜੇ ਉਹਨਾਂ ਦੇ ਉਹ ਨੇ ਕੀ ਬੋਲਦੇ ਉਹਨਾਂ ਨੂੰ ਕਾਰਿਆ ਵਰਕਰ ਜੇ ਉਹ ਭੇਜ ਦਿੱਤੇ ਵੀ ਲੋਕਾਂ ਨੂੰ ਪੜ੍ਹਾਓ, ਹਿੰਦੀ ਪੜ੍ਹਾਓ। ਕਿਉਂਕਿ ਹਿੰਦੀ ਬੈਲਟ ਉੱਥੇ ਵੀ ਬਣਾਉਣਾ ਚਾਹੁੰਦੀ ਬੀਜੇਪੀ RSS ਕਿ ਹਿੰਦੀ ਬੈਲਟ 'ਚ ਉਹਨਾਂ ਨੂੰ ਵੋਟਾਂ ਮਿਲਦੀਆਂ ਹੈਗੀਆਂ। ਤੇ ਉਹ ਜਿਹੜੀ ਤੁਸੀਂ ਵਨ ਨੇਸ਼ਨ ਵਨ ਐਜੂਕੇਸ਼ਨ ਕਿਵੇਂ ਕਰ ਲਓਗੇ? ਇੱਥੇ ਪੰਜਾਬ 'ਚ ਪੰਜਾਬੀ ਪ੍ਰਾਇਓਰਟੀ ਆ, ਹਰਿਆਣੇ 'ਚ ਉਹਦੇ ਜੰਮੂ 'ਚ ਡੋਗਰੀ ਖਤਮ ਕਰਤੀ ਬੀਜੇਪੀ ਨੇ, ਫਿਰ ਪਹਾੜੀ ਆ, ਯੂਪੀ ਬਿਹਾਰ, ਤੁਸੀਂ ਹਿੰਦੀ ਬੈਲਟ 'ਤੇ ਜ਼ੋਰ ਲਾ ਲਓ ਕਿ ਉੱਥੇ ਸੇਮ ਸਿਲੇਬਸ ਆ, ਉਹਨਾਂ ਦਾ ਕਲਚਰ ਇੱਕੋ ਜਿਹਾ। ਪੰਜਾਬ ਦਾ ਕਲਚਰ ਹੋਰ ਆ, ਕੇਰਲਾ ਦਾ ਹੋਰ ਆ, ਤਾਮਿਲਨਾਡੂ ਦਾ ਹੋਰ ਆ, ਵੈਸਟ ਬੰਗਾਲ ਦਾ ਹੋਰ ਆ, ਕਰਨਾਟਕਾ ਦਾ ਹੋਰ ਆ, ਤੇਲੰਗਾਨਾ ਦਾ ਹੋਰ ਆ। ਇਹ ਡਰਾਮੇ ਜੇ ਕਰ ਰਹੀ ਪੋਲੀਟੀਕਲ ਕਿ ਮੋਦੀ ਨੇ ਕਿਹਾ ਸੀ ਕਿ ਵਨ ਨੇਸ਼ਨ ਵਨ ਇਲੈਕਸ਼ਨ ਤੇ ਮੈਂ ਪਿੱਛੇ ਰਹਿ ਗਿਆ, ਮੈਂ ਇੱਦਾਂ ਕਰਦਾ ਵਨ ਨੇਸ਼ਨ ਵਨ ਲੈਂਗੁਏਜ ਕਰ ਦਿੰਦਾ ਗਿਆ। ਤਾਂ ਲੱਗ ਜਾਂਦੀ ਹੈ ਕਿ ਆਮ ਆਦਮੀ ਪਾਰਟੀ ਤਾਂ B ਟੀਮ ਦਾ ਰੋਲ ਅਦਾ ਕਰ ਜਾਂਦੀ ਹੈ, BJP ਵਾਲਾ ਕਾਂਗਰਸ ਹਮੇਸ਼ਾ ਕਹਿੰਦੀ ਰਹਿੰਦੀ ਹੈ। ਨਹੀਂ ਦੇਖੋ, ਵਿਚਾਰਧਾਰਾ ਤਾਂ ਸੇਮ ਹੀ ਆ। ਜਿਹੜਾ ਉੱਥੇ ਅੰਨਾ ਹਜ਼ਾਰੇ ਮੂਵਮੈਂਟ, ਕਿੱਥੇ ਗਿਆ ਅੰਨਾ ਹਜ਼ਾਰੇ ਜਿਹੜਾ ਦੇਸ਼ ਨੂੰ ਬਦਨਾਮ ਕਰ ਗਿਆ ਤੇ ਦੇਸ਼ ਨੂੰ ਲੁੱਟ ਪੁੱਟ ਗਿਆ ਪੋਲੀਟੀਕਲ ਤੌਰ ਤੇ। ਬੇਸਿਕਲੀ ਅੰਨੇ ਹਜ਼ਾਰੇ ਕੀ ਸੀ, ਉਹ RSS ਦਾ ਬੰਦਾ ਸੀ, BJP ਦਾ ਬੰਦਾ ਸੀ। ਉਸ ਅੰਨਾ ਹਜ਼ਾਰੇ ਮੂਵਮੈਂਟ ਕਿਹਦੇ ਖਿਲਾਫ ਖੜੀ ਹੋਈ ਸੀ? ਕਰਪਸ਼ਨ ਦੇ ਖਿਲਾਫ। ਤੇ ਕਰਪਸ਼ਨ ਪੈਸਾ ਇਕੱਠਾ ਕੀਤਾ, ਉਹ ਕਿੰਨੇ ਕੀਤਾ? ਉਹਦੇ ਪਿੱਛੇ ਜੀ ਸਵਾਮੀ ਵਿਵੇਕਾਨੰਦ ਟਰਸਟ। ਸਵਾਮੀ ਵਿਵੇਕਾਨੰਦ ਟਰਸਟ ਕਿਹਦਾ ਹੈਗਾ ਸੀ? BJP ਦਾ ਸੀ। ਉਹਨਾਂ ਦੇ ਹੀ ਥਿੰਕ ਟੈਂਕਰ, ਉਹਨਾਂ ਦੀ ਪੈਦਾਇਸ਼ ਹੀ। ਅੰਨਾ ਹਜ਼ਾਰੇ ਨੂੰ ਚੁੱਪ ਕਰਕੇ ਬਿਠਾਇਆ ਤਾਂ ਹੁਣ ਅੰਨਾ ਹਜ਼ਾਰੇ ਜਾਂ ਸੈਂਟਰ ਸਰਕਾਰ ਤੋਂ ਡਰਦਾ ਹੈਗਾ, ਚੁੱਪ ਕਰਕੇ ਬੈਠ ਗਿਆ, ਗੂੰਗਾ ਹੋ ਗਿਆ, ਅੰਨਾ ਹੋ ਗਿਆ, ਬੋਲਾ ਹੋ ਗਿਆ। ਉਹਦਾ ਨਾਮ ਹੀ ਅੰਨਾ ਹਜ਼ਾਰੇ ਤੇ ਅੰਨਾ ਹੋ ਗਿਆ, ਗੂੰਗਾ ਬੋਲਾ ਸਭ ਕੁਛ ਗਿਆ, ਲੰਗੜਾ ਵੀ ਹੋ ਗਿਆ। ਮੈਂ ਕਹਿੰਦਾ ਹੈਗਾ ਵੀ 15 ਮਹੀਨੇ ਕਿਸਾਨ ਰੁਲ ਗਏ ਹੈਗੇ, ਉਹਨੇ ਬੁੱਢੇ ਨੇ ਕੁਛ ਨਹੀਂ ਬੋਲਿਆ ਹੈਗਾ ਅੰਨੇ ਹਜ਼ਾਰੇ ਨੇ, ਠੀਕ ਹੈ। ਉੱਦਾਂ ਤੁਸੀਂ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦਾ ਜੀਣਾ ਹਰਾਮ ਕੀਤਾ ਹੈਗਾ ਸੀ, ਉਹਦੇ 'ਚੋਂ ਨਿਕਲੇ ਕੌਣ ਨੇ? ਕਿਹਨੂੰ ਫਾਇਦਾ ਹੋਇਆ? ਅੰਨਾ ਹਜ਼ਾਰਿਆਂ ਨੂੰ ਫਾਇਦਾ ਹੋਇਆ, BJP ਨੇ ਚੁੱਪ ਕਰਕੇ ਬਿਠਾਤਾ। ਬਾਬਾ ਰਾਮਦੇਵ ਹੋਗਾ, ਉਹ ਆਟਾ ਦਵਾਈਆਂ ਪਤਾ ਕੀ ਕੁਝ ਵੇਚ ਕੇ ਵਰਲਡ ਦਾ ਵੱਡਾ ਕਾਰੋਬਾਰ ਬਣ ਗਿਆ, ਉਹ ਬਿਜ਼ਨਸ ਆਪਣਾ ਸੰਭਾਲ ਕੇ ਬੈਠਾ। ਉਹ ਬੀਬੀ ਕਿਰਨ ਬੇਦੀ ਜਨਸੰਘੀ ਅਸੀਂ ਪੱਕੀ, ਠੀਕ ਹੈ, ਉਹ ਕੀ ਬਣ ਗਈ? ਲੈਫਟੀਨੈਂਟ ਗਵਰਨਰ ਬਣ ਗਈ ਹੈਗੀ। ਉਸ ਤੋਂ ਬਾਅਦ ਉਹਨੂੰ ਹੋਰ ਕੋਈ ਚੌਗਾ ਨਹੀਂ ਪਾਇਆ। ਅਰਵਿੰਦ ਕੇਜਰੀਵਾਲ ਦਿੱਲੀ ਇਹਨੂੰ BJP ਨੇ ਦੇਤੀ ਵੀ ਦਿੱਲੀ ਤੇਰੀ ਆ। ਇਹ ਸੌਦਾ ਹੋਇਆ ਲੱਗਦਾ। ਇਵੇਂ ਕਿਵੇਂ ਹੋ ਸਕਦਾ ਕਿ ਇੱਕ ਲੋਕ ਸਭਾ ਜਦੋਂ ਵੋਟਾਂ ਪੈਂਦੀਆਂ BJP 7 ਦੀਆਂ 7 ਲੈ ਜਾਂਦੀ ਆ, ਵਿਧਾਨ ਸਭਾ ਦੇ ਵਿੱਚ BJP ਦਾ ਖਾਤੇ ਮਹਾਂ ਖੋਲ੍ਹਦੇ ਹੈਗੇ ਨੇ, ਠੀਕ ਆ। ਇੱਕ ਦਿੱਲੀ ਦੇ ਤੀ, ਇੱਕ ਪੰਜਾਬ ਦੇ ਤੀ। ਪੰਜਾਬ 'ਚ ਵੀ ਜਿਹੜਾ BJP ਦਾ ਕਾਡਰ ਆ, ਸੰਘ ਦਾ ਕਾਡਰ ਆ, ਪਿਛਲੀ ਵਾਰ ਉਹ ਕੈਪਟਨ ਨੂੰ ਪੈ ਗਿਆ, ਇਸ ਵਾਰ ਅਰਵਿੰਦ ਕੇਜਰੀਵਾਲ ਨੂੰ ਪੈ ਗਿਆ ਹੈਗਾ ਭਗਵੰਤ ਮਾਨ ਦੇ ਰੂਪ ਦੇ ਵਿੱਚ। ਤੇ ਇਸ ਕਰਕੇ ਜੋ ਕਾਂਗਰਸ ਪਾਰਟੀ ਜਾਂ ਲੈਫਟ ਧਿਰਾਂ ਕਹਿ ਰਹੀਆਂ ਨੇ, ਖੱਬੀਆਂ ਧਿਰਾਂ, ਉਹਦੇ 'ਤੇ ਸੱਚਾਈ ਆ। ਕਦੀ ਉਹਨੇ ਜਵਾਬ ਨਹੀਂ ਦਿੱਤਾ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿ ਜਿਹੜੇ ਵਿਰੋਧੀ ਮੇਰੇ 'ਤੇ ਇਲਜ਼ਾਮ ਲਗਾਉਂਦੇ ਕਿ ਮੈਂ BJP ਦੇ B ਟੀਮ ਆ, ਕੋਈ ਬੋਲਿਆ ਨਹੀਂ ਤਾਂ ਬੰਦਾ ਇੱਕ ਜਵਾਬ ਦੇ ਦਿੰਦਾ ਹੈਗਾ ਕਿ ਮੇਰੇ ਖਿਲਾਫ ਜੀ ਕੂੜ ਪ੍ਰਚਾਰ ਕੀਤਾ ਜਾ ਰਿਹਾ। ਉਹਨਾਂ ਇਸ ਮਸਲੇ ਦੇ ਵਿੱਚ ਕਦੀ ਨਹੀਂ ਕਿਹਾ। ਇਹ ਕਹਿ ਦਿਓ ਕਿ BJP ਜਿਹੜੀ ਹਾਰਡਕੋਰ ਹਿੰਦੂ ਆ, ਮੋਦੀ ਜਿਹੜਾ ਸੌਫਟ ਕੋਰਨਰ ਲਾ ਲਓ, ਹੈ ਤਾਂ ਇੱਕੋ ਮਾਂ ਦੇ ਪੋਤੀ ਆ ਨਾ। ਇਹਨਾਂ ਦੀ ਮਾਂ ਤੇ ਉਹੀ ਆ, RSS ਹੀ ਆ। ਇੱਕ ਵੱਡਾ ਪੋਤਾ, ਇੱਕ ਛੋਟਾ ਪੋਤਾ, ਇੱਕ ਨੇ ਪੰਜਾਬ ਇੰਡੀਆ ਸੰਭਾਲਿਆ, ਇੱਕ ਨੇ ਦਿੱਲੀ ਤੇ ਪੰਜਾਬ ਸੰਭਾਲਿਆ ਹੈਗਾ। ਤੇ ਇਸ ਕਰਕੇ ਉਹ ਜੋ ਕਾਂਗਰਸ ਪਾਰਟੀ ਕਹਿ ਰਹੀ ਜਾਂ ਹੋਰ ਕਹਿ ਰਹੀ ਹੈ, ਵਨ ਨੇਸ਼ਨ ਵਨ ਲੈਂਗੁਏਜ, ਵਨ ਨੇਸ਼ਨ ਵਨ ਟੈਕਸ, ਵਨ ਨੇਸ਼ਨ ਵਨ ਇਲੈਕਸ਼ਨ, ਵਨ ਨੇਸ਼ਨ ਵਨ ਰਾਸ਼ਨ ਕਾਰਡ, ਇਹ ਪੰਚ ਲਾਈਨਾਂ ਨੇ। ਇਹ ਪੰਚ ਲਾਈਨਾਂ ਕਿਹਨੇ ਦਿੱਤੀਆਂ? ਅਸਲ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਨੇ ਦਿੱਤੀਆਂ ਸੀ। ਇਹਨਾਂ BJP ਨੂੰ ਸਿਖਾ ਗਏ ਨੇ ਕਿ ਜਦੋਂ ਮੋਦੀ 2014 ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਇਲੈਕਸ਼ਨ ਤੇ ਕੀ ਕਹਿੰਦੇ ਸੀ ਕਿ ਤੁਸੀਂ ਕਾਂਗਰਸ ਨੂੰ 60 ਸਾਲ ਦੇ ਦਿੱਤੇ, ਮੈਨੂੰ 60 ਮਹੀਨੇ ਦੇ ਦਿਓ। ਹੁਣ ਲੋਕਾਂ ਨੇ 60 ਮਹੀਨੇ 120 ਮਹੀਨੇ ਦੇ ਦਿੱਤੇ ਹੈਗੇ ਤੇ ਹਲੇ ਵੀ ਇੰਡੀਆ ਨੂੰ ਹੀ ਪਿੱਛੇ ਧੱਕਣ ਤੇ ਲੱਗੇ ਹੋਏ ਆ। ਹਜੇ ਵੀ ਜਾਤ ਪਾਤ ਧਰਮ
ਟੋਟ ਕੇ ਸੁਣਾਈ ਜਾ ਰਹੇ ਹੈਗੇ ਨੇ। ਪੰਜਾਬ ਦਾ ਹੋਰ ਜ਼ਰੂਰੀ ਮਸਲਾ ਸਨਅਤਕਾਰਾਂ ਨਾਲ ਬੈਠਕ ਤਾਂ ਹੋਊਗੀ 2 ਮੁੱਖ ਮੰਤਰੀਆਂ ਦੀ, ਉਹਦੇ 'ਚ ਸਨਅਤਕਾਰਾਂ ਨੇ ਵੀ ਭਰੋਸਾ ਦਿੱਤਾ ਤੇ ਸਰਕਾਰ ਵੀ ਭਰੋਸਾ ਦਿੰਦੀ ਹੈ ਕਿ ਤੁਸੀਂ ਲਾਓ ਉਦਯੋਗ, ਤੁਸੀਂ ਕਰੋ ਨਿਵੇਸ਼, ਅਸੀਂ ਤੁਹਾਡੇ ਨਾਲ ਖੜੇ ਹਾਂ। ਜਿਹੜਾ ਇੰਡੀਆ ਦਾ ਜਿਹੜਾ ਬਿਜ਼ਨਸਮੈਨ ਆ ਉਹ ਚਾਹੁੰਦਾ ਵਾ ਫ੍ਰੀ ਭਾਲਦਾ ਹੈਗਾ। ਜਿਹੜੀ ਸਰਕਾਰ ਉਹਨਾਂ ਨੂੰ ਫ੍ਰੀ ਦੇ ਦੂਗੀ ਨਾ, ਵੀ ਪਾਣੀ ਵੀ ਫ੍ਰੀ ਦੇ ਦਿਓ, ਬਿਜਲੀ ਵੀ ਫ੍ਰੀ ਦੇ ਦਿਓ, ਜ਼ਮੀਨ ਵੀ ਫ੍ਰੀ ਦੇ ਦਿਓ, ਬੰਦੇ ਵੀ ਫ੍ਰੀ ਦੇ ਦਿਓ, ਟੈਕਸ ਵੀ ਮਾਫ ਕਰ ਦਿਓ, EDC ਵੀ ਮਾਫ ਕਰ ਦਿਓ, ਜਿਹੜੀ ਵੀ ਸਰਕਾਰ ਉਹਨਾਂ ਨੂੰ ਦਊਗੀ ਪੰਜਾਬ ਦੇ ਜਾਂ ਇੰਡੀਆ ਦੇ ਜਿਹੜੇ ਉਦਯੋਗਪਤੀ ਆ ਉਹ ਉੱਥੇ ਭੱਜ ਕੇ ਜਾਣਗੇ। ਇਹ ਕਿਉਂਕਿ ਅੱਜ ਕੱਲ੍ਹ ਸਰਕਾਰਾਂ 'ਚ ਲੱਗੀ ਹੋੜ ਹੈ ਕਿ ਸਭ ਤੋਂ ਵੱਧ ਨਿਵੇਸ਼ ਆਵੇ। ਯੂਪੀ ਵਾਲਾ ਕਹਿੰਦਾ ਮੇਰੇ ਦੇ ਸਭ ਤੋਂ ਵੱਧ ਨਿਵੇਸ਼ ਆਵੇ। ਅੱਜ ਕੱਲ੍ਹ ਬੀਬੀ ਬੰਗਾਲ ਵਾਲੀ ਵੀ ਗਈ ਹੋਈ ਆ, ਉਹ ਵੀ ਪੂਰੇ ਵਰਲਡ ਦੇ ਵਿੱਚ ਜਿਹੜੇ ਬੰਗਾਲੀ ਸੈਟਲ ਹੋਏ ਨੇ ਵੱਖ-ਵੱਖ ਮੁਲਕਾਂ ਦੇ, ਉਹਨਾਂ ਨੂੰ ਇਕੱਠਾ ਕਰਕੇ ਉਹ ਪੱਛਮੀ ਬੰਗਾਲ ਬਿਜ਼ਨਸ ਸੰਮੇਲਨ ਕਰਵਾ ਰਹੇ ਹੈਗੇ ਨੇ। ਉਹ ਸਾਰੇ ਇਕੱਠੇ ਲੱਗੇ ਨੇ। ਜੇ ਕਿਸੇ ਪੰਜਾਬੀ ਨੂੰ ਲੱਗਾ ਕਿ ਬੰਗਾਲ ਵਾਲੀ ਬੀਬੀ ਬੜਾ ਕੁਝ ਫ੍ਰੀ ਦੇ ਰਹੀ ਹੈ ਤੇ ਪੰਜਾਬ ਦੇ ਲੁਧਿਆਣੇ ਦੇ ਇੰਡਸਟਰੀਜ਼ ਉੱਥੇ ਭੱਜ ਜਾਣਗੇ। ਯੂਪੀ ਵਾਲੇ ਕੋ ਕਿਹਾ ਸੀ, ਯੂਪੀ ਵਾਲੇ ਭੱਜ ਗਏ। ਹਿੰਦੁਸਤਾਨ ਦਾ ਜਿਹੜਾ ਬਿਜ਼ਨਸਮੈਨ ਆ ਜੀ, ਸਰਕਾਰ ਉਹਨਾਂ 'ਤੇ ਟਰਸਟ ਕਰਦੀ ਪਰ ਉਹ ਨਹੀਂ ਕਿਸੇ 'ਤੇ ਟਰਸਟ ਕਰਦੇ ਹੈਗੇ। ਉਹ ਆਪਣੇ ਹਿਸਾਬ ਨਾਲ ਪਾਲਿਸੀਆਂ ਚਾਹੁੰਦੇ ਨੇ ਵੀ ਸਾਨੂੰ ਜ਼ਮੀਨਾਂ ਵੀ ਸਸਤੀਆਂ ਦਿਓ, ਸਾਨੂੰ ਸਭ ਕੁਝ ਮਾਫ ਕਰ ਦਿਓ, ਅਸੀਂ ਜੀ ਨਿਵੇਸ਼ ਕਰਨਾ। ਫਿਰ ਕੀ ਕਰਦੇ, 4-5 ਸਾਲ ਬਾਅਦ ਉਹ ਨਿਵੇਸ਼ ਨੂੰ ਸਿੱਕ ਕਰ ਦਿੰਦੇ ਆ। ਸਿੱਕ ਡਿਕਲੇਅਰ ਕਰਕੇ ਸਰਕਾਰਾਂ ਕੋਲ ਰਿਬੇਟ ਲੈ ਜਾਂਦੇ ਨੇ। ਪਿਛਲੇ ਜਦੋਂ ਦੀ 2014 ਤੋਂ ਲੈ ਕੇ ਹੁਣ ਤੱਕ 9 ਸਾਲਾਂ ਦੇ ਵਿੱਚ ਕਹਿੰਦੇ ਨੇ ਕਿ ਘੱਟੋ ਘੱਟ 10-12 ਲੱਖ ਕਰੋੜ ਰੁਪਈਆ ਸਿੱਖ ਇੰਡਸਟਰੀ ਕਹਿ ਕੇ ਇਹਨਾਂ ਨੂੰ ਮਾਫ ਕੀਤਾ ਗਿਆ ਹੈਗਾ। ਕਿਸਾਨਾਂ ਵੇਲੇ ਚੀਕਾਂ ਨਿਕਲ ਜਾਂਦੀਆਂ। ਹੁਣ ਸਵਾਲ ਹੈ ਕਿ 3 ਦਿਨ ਦਾ ਸੰਮੇਲਨ ਆ ਮਾਝਾ ਦੁਆਬਾ ਮਾਲਵੇ 'ਚ, ਅੱਜ ਪਹਿਲਾਂ ਅੰਮ੍ਰਿਤਸਰ ਹੋਇਆ, ਫਿਰ ਜਲੰਧਰ ਹੋਇਆ, ਫਿਰ ਕੱਲ੍ਹ ਲੁਧਿਆਣੇ ਹੋਊਗਾ, ਫਿਰ ਮੁਹਾਲੀ ਹੋਊਗਾ। ਉਹ ਜਿੰਨੇ ਵੀ ਪੰਜਾਬ ਦੇ ਉਦਯੋਗਪਤੀ ਆ ਉਹਨਾਂ ਨੂੰ ਇਹ ਲਾ ਰਹੇ ਨੇ ਵੀ ਇੱਥੇ ਨਿਵੇਸ਼ ਕਰੋ। ਹੁਣ ਇੱਕ ਪਾਸੇ ਅੱਛੀ ਗੱਲ ਹੈ ਕਿ ਵੱਡੇ ਤੁਹਾਡੇ ਕੋਲ ਨਾ, ਛੋਟੇ ਤੋਂ ਹੀ ਭੱਜ ਜਾਣ। ਪਿੱਛੇ ਜੇ ਲੁਧਿਆਣੇ ਵਾਲੇ ਇਕੱਠੇ ਹੋ ਗਏ, ਯੂਪੀ ਚਲੇ ਗਏ। ਫਿਰ ਉਹਨੂੰ ਪਿੱਛੇ ਜੇ ਜਦੋਂ ਅਕਾਲੀ ਦਲ ਦੀ ਅਤੇ BJP ਦੀ ਸਰਕਾਰ ਹੀ ਸਾਂਝੀ, ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਹੈ, ਸੁਖਬੀਰ ਬਾਦਲ ਹੁਣ ਅਕਾਲੀ ਦਲ ਸੁੱਤਾ ਹੀ ਰਿਹਾ ਕਿ ਉਹ ਜਿਹੜੇ ਪਹਾੜੀ ਰਾਜਾਂ ਨੂੰ ਸਟੇਟ ਦੇ ਗਏ, ਰਿਆਇਤਾਂ ਦੇ ਗਏ ਹੈਗੇ ਨੇ। ਪਹਿਲਾਂ 10 ਸਾਲ ਉਹ ਕਰ ਗਏ, ਫਿਰ ਡਾਕਟਰ ਮਨਮੋਹਨ ਸਿੰਘ ਨੂੰ ਐਕਸਟੈਂਡ ਕਰ ਗਏ, ਹੁਣ ਮੋਦੀ ਸਾਹਿਬ ਐਕਸਟੈਂਡ ਕਰ ਗਏ ਹੈਗੇ ਨੇ। ਅਤੇ ਇਹ ਸਟੇਟ ਮਿਨਿਸਟਰ ਸੀ ਸੁਖਬੀਰ ਸਿੰਘ ਬਾਦਲ ਹੋਣੀ, ਨਵੇਂ ਬਣੇ ਨੇ, ਐਸ਼ 'ਚ ਹੀ ਟਾਈਮ ਨਿਘਾਤਾ ਹੈਗਾ, ਕਦੀ ਕੰਡੈਮ ਵੀ ਨਹੀਂ ਕੀਤਾ ਹੈਗਾ। ਅਤੇ ਉਹ ਉਦੋਂ ਸਾਰਾ ਜਿਹੜਾ ਵੀ ਜਿੰਨਾ ਐਕਸਪੈਂਡ ਕਰਨਾ ਸੀ ਪੰਜਾਬ ਦਾ ਸਾਰਾ ਉੱਥੇ ਪਹੁੰਚ ਗਿਆ ਹੈਗਾ। ਅਤੇ ਇਸ ਕਰਕੇ ਇਹ ਬੜੀ ਕਰੋੜਾਂ ਰੁਪਈਏ ਪੰਜਾਬ ਦੇ ਉਦਯੋਗਪਤੀਆਂ ਦੇ ਸਰਕਾਰਾਂ ਖਰਚ ਰਹੀ ਹੈਗੀਆਂ। ਬਾਦਲ ਸਾਹਿਬ ਨੇ ਬੜੇ ਖਰਚੇ ਹੈਗੇ ਨੇ, ਕੈਪਟਨ ਸਾਹਿਬ ਨੇ ਬੜੇ ਖਰਚੇ, ਹੁਣ ਕਿ ਭਗਵੰਤ ਮਾਨ ਸਾਹਿਬ ਵੀ ਖਰਚ ਰਹੇ ਨੇ, ਕੇਜਰੀਵਾਲ ਵੀ ਮੁੱਖ ਮਹਿਮਾਨ ਬਣ ਕੇ ਆ ਰਹੇ ਨੇ। ਸਰਕਾਰਾਂ ਇਹਨਾਂ 'ਤੇ ਭਰੋਸਾ ਕਰਦੀਆਂ ਨੇ ਪਰ ਇਹ ਨਹੀਂ ਭਰੋਸਾ ਕਰਦੇ। ਇਹਨਾਂ ਨੂੰ ਤਾਂ ਹੈਗਾ ਕਿ ਸਾਨੂੰ ਕਿੱਥੇ ਛੋਟਾਂ ਮਿਲਦੀਆਂ ਹੈਗੀਆਂ ਨੇ। ਹੁਣ ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਹੜੇ ਇੱਕ ਬਾਦਲ ਵੇਲੇ ਵੀ ਉਹੀ ਪੰਜਾਬ ਪਲੈਨਿੰਗ ਕਮਿਸ਼ਨ ਦੇ ਸਲਾਹਕਾਰ, ਕੈਪਟਨ ਵੇਲੇ ਵੀ, ਚੰਨੀ ਸਾਹਿਬ ਵੇਲੇ ਵੀ, ਭਗਵੰਤ ਮਾਨ ਬਾਰੇ ਵੀ ਉਹ ਸਲਾਹਕਾਰ ਨੇ। ਉਹ ਪੰਜਾਬ ਦੀ ਪਲੈਨਿੰਗ ਕਮਿਸ਼ਨ ਦੇ ਸਲਾਹਕਾਰ ਨੇ ਪਰ ਨਿਵੇਸ਼ ਉਹ ਵੀ ਬਾਹਰ ਲਾਉਂਦੇ ਹੈਗੇ ਨੇ। VIP ਸਹੂਲਤਾਂ ਲੈ ਰਹੇ ਨੇ, ਸਿਕਿਉਰਿਟੀ ਲੈ ਰਹੇ ਨੇ, ਸਟੇਟਸ ਲੈ ਰਹੇ ਨੇ। ਪੰਜਾਬ 'ਚ ਉਹਨਾਂ ਨੇ ਕਦੀ ਇਨਵੈਸਟਮੈਂਟ ਕੀਤੀ ਨਹੀਂ, ਪੁਰਾਣੀ ਕਰ ਗਏ ਜਿਹੜੀ ਕਰ ਗਏ, ਨਵੀਂ ਕੀਤੀ ਨਹੀਂ ਹੈਗੀ। ਅਤੇ ਸਭ ਤੋਂ ਪਹਿਲਾਂ ਵਾਈਬਰੈਂਟ ਗੁਜਰਾਤ ਦਾ ਕਨਸੈਪਟ ਲੈ ਕੇ ਆਏ ਸੀ ਮੋਦੀ ਹੋਣੀ, ਸਾਰੀ ਦੁਨੀਆ ਉੱਥੇ ਭੱਜ ਗਈ। ਜਦੋਂ ਟਾਟਾ ਨੇ ਸੰਘੂਰ ਉਹ ਲਾਉਣਾ ਸੀ, ਉੱਥੇ ਰੌਲਾ ਪੈ ਗਿਆ, ਉਹ ਚੱਕ ਕੇ ਉਹ ਲੈ ਗਿਆ। ਇਹ ਸਟੇਟਾਂ ਦੀ ਹੋੜ ਆ। ਉਦਯੋਗਪਤੀਆਂ ਨੂੰ ਜਿੱਥੇ ਮਿਲ ਗਈ ਖੀਰ, ਇਹ ਉੱਥੇ ਹੀ ਡੂੰਘਾ ਲੈ ਕੇ ਚਲੇ ਜਾਣਗੇ। ਸਰਕਾਰਾਂ ਇਹਨਾਂ ਕੋਲ ਡੂੰਘਾ ਲੈ ਕੇ ਆ ਰਹੇ, ਕਹਿੰਦੇ ਨਹੀਂ ਤੇਰਾ ਡੂੰਘਾ ਘੱਟ, ਸਾਨੂੰ ਤਾਂ ਡੂੰਘਾ ਭਰਵਾਂ ਚਾਹੀਦਾ ਹੈਗਾ, ਕੌਲਾ ਸਾਨੂੰ ਭਰ ਕੇ ਚਾਹੀਦਾ। ਉਹ ਕੌਲਾ ਹੁਣ ਭਗਵੰਤ ਮਾਨ ਭਰ ਕੇ ਦੇ ਦਿੱਤਾ ਤਾਂ ਠੀਕ ਆ। ਜੇ ਕੱਲ੍ਹ ਨੂੰ ਹਿਮਾਚਲ ਵਾਲੇ ਸੁੱਖੂ ਸਾਹਿਬ ਨੇ ਕੌਲਾ ਭਰ ਕੇ ਦਿੱਤਾ ਉੱਥੇ ਭੱਜ ਜਾਣਗੇ, ਖੱਟੜ ਸਾਹਿਬ ਨੇ ਕੌਲਾ ਭਰ ਕੇ ਦੇ ਉੱਧਰ ਭੱਜ ਜਾਣਗੇ। ਜੇ ਉਹਨਾਂ ਨੇ ਕੌਲਾ ਭਰ ਕੇ ਦੇ ਦਿੱਤਾ ਤਾਂ ਯੋਗੀ ਨਿੱਤਿਆ ਨੇ ਉੱਥੇ ਭੱਜ ਜਾਣਗੇ। ਜੇ ਉਹਨੇ ਦੇ ਦਿੱਤਾ ਹੈਗਾ ਅਸ਼ੋਕ ਗਹਿਲੋਤ ਨੇ ਉੱਥੇ ਭੱਜ ਜਾਣਗੇ। ਜੇ ਸ਼ਿਵਰਾਜ ਚੌਹਾਨ ਨੇ ਦੇ ਤਾਂ ਉੱਥੇ ਭੱਜ ਜਾਣਗੇ। ਜੇ ਏਕਨਾਥ ਸ਼ਿੰਦੇ ਨੇ ਦੇ ਤਾਂ ਉੱਥੇ ਭੱਜ ਜਾਣ। ਹੁਣ ਬੰਗਾਲ ਵਾਲੀ ਬੀਬੀ ਦਾ ਵੀ ਪ੍ਰੋਗਰਾਮ ਆਉਣ ਵਾਲਾ, ਜਿੱਦਣ ਮਮਤਾ ਬੈਨਰਜੀ ਕਹਿਤਾ ਕਿ ਮੇਰੇ ਕੋਲ ਆਓ ਬੰਗਾਲ, ਮੈਂ ਸਭ ਕੁਝ ਫ੍ਰੀ ਕਰ ਦੂੰਗੀ, ਅਤੇ ਪੰਜਾਬ 'ਚੋਂ ਸਾਰੇ ਚੱਕ ਕੇ ਉੱਥੇ ਭੱਜ ਜਾਣਗੇ। ਇਸੇ ਕਰਕੇ ਬਾਦਲ ਸਾਹਿਬ ਦੀ ਮੈਨੂੰ ਇੱਕ ਗੱਲ ਬਹੁਤ ਸੋਹਣੀ ਲੱਗਦੀ ਹੈਗੀ। ਉਹ ਕਹਿੰਦੇ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਨਹੀਂ ਚਾਹੀਦੀ ਹੈਗੀ, ਮੈਮੋਰੈਂਡਮ ਆਫ ਕਮਿਟਮੈਂਟ ਚਾਹੀਦੀ ਸੀ। ਉਹ ਕਮਿਟਮੈਂਟ ਪੰਜਾਬ ਦੇ ਉਦਯੋਗਪਤੀਆਂ ਨੇ ਕਦੇ ਵੀ ਪੰਜਾਬ ਪ੍ਰਤੀ ਨਹੀਂ ਕੀਤੀ ਹੈਗੀ। ਪੰਜਾਬ ਦੀਆਂ ਸਰਕਾਰਾਂ ਦੀਆਂ ਲਾਲਾਂ ਡਿੱਗਦੀਆਂ ਰਹੀਆਂ ਕਿ ਇੱਥੇ ਵੱਡੇ ਆਉਣਗੇ, ਟਾਟਾ ਬਿਰਲੇ, ਅਡਾਨੀ ਬਾਨੀ ਆਉਣਗੇ, ਉਹ ਆਏ ਨਹੀਂ ਹੈਗੇ। ਅਤੇ ਛੋਟੀ ਇੰਡਸਟਰੀ ਅਸੀਂ ਆਪਣੇ ਆਪ ਹੀ ਖਤਮ ਕਰ ਲਈ ਹੈਗੀ। ਜੀ ਬਹੁਤ ਸ਼ੁਕਰੀਆ। ਪ੍ਰੋਗਰਾਮ 16 ਨੇ ਸੱਚ ਵਿੱਚ 2-3 ਮੁੱਦਿਆਂ 'ਤੇ ਅਸੀਂ ਗੱਲਬਾਤ ਕੀਤੀ ਹੈ। ਤੁਸੀਂ ਨਿੱਜੀ ਤੌਰ 'ਤੇ ਕੀ ਸਮਝਦੇ ਹੋ, ਆਪਣੀ ਰਾਏ ਵੀ ਸਾਂਝੀ ਕਰ ਸਕਦੇ ਹੋ ਕਮੈਂਟ ਬਾਕਸ ਦੇ ਜ਼ਰੀਏ। ਅੱਜ ਦੀ ਇਸ ਚਰਚਾ ਵਿੱਚ ਇੰਨਾ ਹੀ। ਸਾਨੂੰ ਦਿਓ ਆਗਿਆ। ਧੰਨਵਾਦ।